ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 141 ਤੇ ਵਿਚਾਲੇ ਜੇ ਕਰਕੇ ਹੈ। ਸ਼ਲੋਕ ਮਹਿਲਾ ਪਹਿਲਾ 7 ਨੰਬਰ ਤੋਂ ਬਾਅਦ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਿਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜ਼ਾਏ। ਜਿਦ ਪੈਰ 'ਚ ਬਿੰਦੇ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੈ, ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੈ। ਗੁਰੂ ਨਾਨਕ ਦੇਵ ਜੀ ਕਿਸੇ ਮੁਸਲਮਾਨ ਦੇ ਨਾਲ ਵਿਚਾਰ ਕਰਨ, ਜਿਵੇਂ ਕਿ ਤੂੰ ਕੌਣ ਹੈ? ਮੈਂ ਸਿੱਖ ਹਾਂ। ਸਿੱਖ ਹੋਣਾ ਹੋਰ ਗੱਲ ਹੈ, ਸਿੱਖ ਕਹਾਉਣਾ ਹੋਰ ਗੱਲ ਹੈ। ਮੁਸਲਮਾਨ ਤਾਂ ਮੁਸਲਮਾਨ ਧਰਮ 'ਚ ਪੈਦਾ ਹੋ ਗਿਆ, ਮੁਸਲਮਾਨ ਹੋ ਗਿਆ। ਸਿੱਖ ਘਰ 'ਚ ਪੈਦਾ ਹੋ ਗਿਆ, ਸਿੱਖ ਹੋ ਗਿਆ। ਪਰ ਕੀ ਮੁਸਲਮਾਨ ਵਿੱਚ ਮੁਸਲਮਾਨਾਂ ਵਾਲਾ ਗੁਣ ਹੈ? ਕੀ ਸਿੱਖ 'ਚ ਸਿੱਖੀ ਵਾਲਾ ਗੁਣ ਹੈ? ਮਹਾਨਤਾ ਇਸ ਗੱਲ ਦੀ। ਤਾਂ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਿਲ, ਮੁਸਲਮਾਨ ਕਹਾਉਣਾ ਬਹੁਤ ਔਖਾ ਹੈ। ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਜੇ ਕੋਈ ਵਾਕਈ ਮੁਸਲਮਾਨ ਹੋਵੇ ਤਾਂ ਮੁਸਲਮਾਨ ਕਹਾ ਸਕਦਾ ਹੈ। ਅਤੇ ਮੁਸਲਮਾਨ ਹੋਏਗਾ ਕੌਣ? ਅੱਗੇ ਡੈਫੀਨੇਸ਼ਨ ਦਿੱਤੀ ਮੁਸਲਮਾਨ ਨੇ ਵੀ ਮੁਸਲਮਾਨ ਕਹਿੰਦੇ ਕਿਹਨੂੰ ਨੇ। ਮੁਸਲਮਾਨ ਦਾ ਪਹਿਲਾ ਗੁਣ ਹੈ ਅਵਲ, ਪਹਿਲੇ ਨੂੰ ਕਹਿੰਦੇ ਅਵਲ ਔਲ ਦੀਨ ਕਰ ਮਿੱਠਾ। ਅਵਲ ਮੈਨੇ ਸਭ ਤੋਂ ਪਹਿਲਾਂ, ਔਲ ਫਕੀਰ ਨੂੰ ਕਹਿੰਦੇ ਨੇ, ਭਾਵ ਗੁਰੂ ਦਾ, ਦੀਨ ਦਾ ਮਜ਼ਹਬ ਧਰਮ। ਸਭ ਤੋਂ ਪਹਿਲਾਂ ਜਿਹੜਾ ਉਹਦੇ ਗੁਰੂ ਦਾ ਧਰਮ ਹੈ ਨਾ, ਕਰ ਮਿੱਠਾ, ਉਹਨੂੰ ਮਿੱਠਾ ਕਰਕੇ ਸਮਝੇ। ਭਾਵ ਜੋ ਉਹਦੇ ਗੁਰੂ ਦਾ ਧਰਮ ਹੈ ਉਸਨੂੰ ਪਿਆਰ ਕਰੇ। ਮਸਕਲ ਮਾਨਾ ਮਾਲ ਮੁਸਾਵੈ, ਮਸਕਲ ਰੇਗ ਮਾਰ ਨੂੰ ਕਹਿੰਦੇ ਨੇ, ਜਿਹਨੂੰ ਇੰਗਲਿਸ਼ ਕਹਿੰਦੇ ਸੈਂਡ ਪੇਪਰ। ਰੇਗ ਰਾਜਸਥਾਨੀ ਸ਼ਬਦ ਹੈ। ਰਾਜਸਥਾਨ ਦੇ 'ਚ ਰੇਗ ਰੇਤੇ ਨੂੰ ਕਹਿੰਦੇ ਨੇ, ਤਾਂ ਹੀ ਕਹਿੰਦੇ ਰੇਗਿਸਤਾਨ। ਉਹ ਥਾਂ ਜਿੱਥੇ ਰੇਤਾ ਹੀ ਰੇਤਾ ਹੋਵੇ ਉਹਨੂੰ ਕੀ ਕਹਿੰਦੇ ਨੇ? ਰੇਗਿਸਤਾਨ। ਸੋ ਰੇਗ ਮੈਨੇ ਰੇਤਾ। ਉਹ ਇੱਕ ਪਤਲਾ ਜਿਹਾ ਗੱਤਾ ਹੁੰਦਾ, ਉਹਦੇ ਉੱਤੇ ਰੇਤਾ ਚੰਬੇੜਿਆ ਹੁੰਦਾ, ਉਹਦੇ ਨਾਲ ਫਿਰ ਲੋਹੇ ਨੂੰ ਰਗੜਦੇ ਨੇ। ਲੋਹੇ ਨੂੰ ਜੇ ਰਗੜਦੇ ਸਾਰਾ ਜੰਗਾਲ ਲੈ ਜਾਂਦਾ। ਮਸਕਲ ਰੇਗ ਮਾਰ, ਜਿਵੇਂ ਰੇਗ ਮਾਰ ਹੈ ਸਾਰਾ ਲੋਹੇ ਦਾ ਜੰਗਾਲ ਲਾ ਦਿੰਦਾ ਹੈ। ਕਹਿੰਦਾ ਇਸ ਤਰ੍ਹਾਂ ਤੂੰ ਕੀ ਕਰ, ਮਾਨਾ ਮਾਲ, ਧਨ ਦੌਲਤ ਦੇ ਕਾਰਨ ਜਿਹੜਾ ਤੇਰੇ ਅੰਦਰ ਮਾਣ ਹੈ, ਹੰਕਾਰ ਹੈ। ਕਈ ਵਾਰੀ ਅਮੀਰੀ ਦਾ ਹੰਕਾਰ ਹੁੰਦਾ। ਜਿਹੜਾ ਧਨ ਦੌਲਤ ਤੇਰੇ ਅੰਦਰ ਹੰਕਾਰ ਹੈ ਨਾ, ਰੇਗ ਮਾਰ 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 ਕੇ ਸਾਰਾ ਮੁਸਾਵੇ, ਸਾਰਾ ਲਾ ਦੇ। ਭਾਵ ਜਿਹੜਾ ਹੰਕਾਰ ਹੈ ਰੇਗ ਮਾਰ ਦੀ ਤਰ੍ਹਾਂ ਘਸਾ ਘਸਾ ਕੇ ਸਾਰੇ ਹੰਕਾਰ ਨੂੰ ਖਤਮ ਕਰ ਲੈ। ਸੋ ਪਹਿਲਾ ਗੁਣ ਹੈ ਕਿ ਜੋ ਗੁਰੂ ਦਾ ਧਰਮ ਹੈ ਉਹ ਉਸ ਨੂੰ ਮਿੱਠਾ ਲੱਗੇ। ਇੱਕ ਆਪਣੇ ਅੰਦਰ ਧਨ ਦੌਲਤ ਦਾ ਜਿਹੜਾ ਹੰਕਾਰ ਹੈ ਉਸ ਨੂੰ ਖਤਮ ਕਰ ਦੇਵੇ।
ਹੋਏ ਮੁਸਲਿਮ ਦੀਨ ਮੁਹਾਣੇ। ਫਿਰ ਮੁਸਲਮਾਨ ਤੀਜਾ ਗੁਣ ਦਾ ਦੀਨ ਮੁਹਾਣੇ। ਮੁਹਾਣ ਦਾ ਝੁਕਾਅ, ਉਹਦਾ ਧਰਮ ਵੱਲ ਝੁਕਾਅ ਹੋਵੇ। ਜੇ ਮੈਂ ਗੁਰੂ ਵਾਲਾ ਹਾਂ ਅਤੇ ਗੁਰੂ ਦਾ ਝੁਕਾਅ ਧਰਮ ਵੱਲ ਹੈ, ਤਾਂ ਮੇਰਾ ਝੁਕਾਅ ਵੀ ਧਰਮ ਵੱਲ ਹੋਣਾ ਚਾਹੀਦਾ ਹੈ। ਸੋ ਜਿਹੜਾ ਮੁਸਲਮਾਨ ਹੁੰਦਾ ਹੈ ਉਹ ਧਰਮ ਵੱਲ ਝੁਕਾਅ ਹੁੰਦਾ ਉਹਦਾ। ਮਰਨ ਜੀਵਨ ਕਾ ਭਰਮ ਝੁਕਾਵੇ, ਅਤੇ ਅੰਦਰੋਂ ਜੰਮਣ ਮਰਨ ਦਾ ਭਰਮ ਹੀ ਖਤਮ ਕਰ ਦੇ। ਉਹਦੇ ਦਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਏ। ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ। ਸਿਰ ਉੱਪਰ ਮੰਨਣਾ ਪਾ ਖੁਸ਼ੀ ਖੁਸ਼ੀ ਮੰਨਣਾ। ਕੱਲ ਕੇ ਸਿਰ ਮੱਥੇ ਜੀ। ਰਜ਼ਾਏ ਰਜ਼ਾ ਮੈਨੇ ਹੁਕਮ ਭਾਣਾ ਮਰਜ਼ੀ। ਰੱਬ ਦੀ ਮਰਜ਼ੀ ਨੂੰ ਮੰਨੇ ਸਿਰ ਉੱਪਰ, ਖੁਸ਼ੀ ਖੁਸ਼ੀ ਮੰਨੇ। ਕਰਤਾ ਮੰਨੇ ਆਪ ਗਵਾਵੇ। ਕਰਤਾ ਮੈਨੇ ਪਰਮਾਤਮਾ। ਉਹ ਸਮਝੇ ਵੀ ਜੋ ਕੁਛ ਕਰ ਰਿਹਾ ਹੈ ਉਹ ਤੇ ਮੇਰੇ ਅੰਦਰ ਬੈਠਾ ਪਰਮਾਤਮਾ ਕਰੇ। ਆਪ ਗਵਾਵੇ, ਆਪਣੇ ਅੰਦਰ ਹਉਮੈ ਖਤਮ ਕਰੇ। ਪਰਮਾਤਮਾ ਦੀ ਰਜ਼ਾ ਨੂੰ ਸਿਰ ਮੱਥੇ ਮੰਨੇ। ਪਰਮਾਤਮਾ ਨੂੰ ਕਰਤਾ ਮੰਨੇ। ਆਪਣੇ ਅੰਦਰ ਹਉਮੈ ਖਤਮ ਕਰੇ। ਆਪਾਂ ਕੋਈ ਕੰਮ ਕਰਦੇ ਹਾਂ, ਆਪਾਂ ਆਪਣੇ ਨੂੰ ਕਰਤਾ ਗਿਣਦੇ। ਮੈਂ ਕੀਤਾ, ਮੈਂ ਕੀਤਾ, ਮੈਂ ਕਰ ਰਿਹਾ, ਮੈਂ ਕਰਾਂਗਾ। ਪਰ ਧਰਮ ਕਹਿੰਦਾ ਨਹੀਂ, ਤੂੰ ਨਹੀਂ ਕਰ ਰਿਹਾ। ਕਰ ਤੇ ਪਰਮਾਤਮਾ ਰਿਹਾ, ਤੇਰੇ ਤੋਂ ਤੇ ਕਰਾ ਰਿਹਾ। ਉਹ ਤੇਰੇ ਤੋਂ ਕਰਾ ਰਿਹਾ, ਤੂੰ ਕਰ ਨਹੀਂ ਰਿਹਾ, ਤੇ ਤੂੰ ਕਰਾ ਰਿਹਾ। ਤਾਂ ਇਹ ਅੰਦਰੋਂ ਹਉਮੈ ਖਤਮ ਹੋਏਗੀ। ਜੇ ਕਹਾਂਗੇ ਮੈਂ ਕਰ ਰਿਹਾ, ਫਿਰ ਆਪ ਕਰਤਾ ਹੋਵੇ ਵੀ ਮੈਂ ਕਰ ਰਿਹਾ। ਪਰਮਾਤਮਾ ਕਹਿੰਦਾ ਨਹੀਂ, ਕਰ ਤੇ ਮੈਂ ਰਿਹਾ, ਸਿਰਫ ਤੇਰੇ ਤੋਂ ਕਰਵਾ ਰਿਹਾ ਹਾਂ। ਤੂੰ ਕਰਤਾ ਨਹੀਂ, ਤੂੰ ਇੱਕ ਸਾਧਨ ਹੈ। ਤੋ ਨਾਨਕ ਸਰਬ ਜੀਆਂ ਮਿਹਰਾਮਤ ਹੋਏ। ਸਾਰੇ ਜੀਵਾਂ 'ਤੇ ਦਇਆਵਾਨ ਹੋਵੇ। ਮਿਹਰਮਤ, ਮਿਹਰ, ਦਇਆ। ਸਾਰੇ ਜੀਵਾਂ 'ਤੇ ਦਇਆ ਕਰੇ ਤਾਂ ਮੁਸਲਮਾਨ ਕਹਾਵੇ, ਤਾਂ ਮੁਸਲਮਾਨ ਕਹਾ ਸਕਦਾ ਹੈ। ਇੰਨੇ ਗੁਣ ਹੋਣ ਤਾਂ ਕਹਿੰਦੇ ਮੁਸਲਮਾਨ ਹੋ ਸਕਦਾ। ਅਤੇ ਇਹ ਨਿਰੇ ਮੁਸਲਮਾਨ ਦੇ ਗੁਣ ਨਹੀਂ, ਇਹ ਸਾਡੇ 'ਚ ਵੀ ਇਹੀ ਗੁਣ ਚਾਹੀਦੇ ਨੇ। ਸਾਡੇ ਵਿੱਚ ਵੀ ਇਹੀ ਗੁਣ ਚਾਹੀਦੇ ਨੇ ਜਿਹੜੇ ਮੁਸਲਮਾਨ 'ਚ ਚਾਹੀਦੇ ਹਨ। ਜਿਵੇਂ ਉਹਨੂੰ ਸਭ ਤੋਂ ਪਹਿਲਾਂ ਗੁਰੂ ਦਾ ਧਰਮ ਚੰਗਾ ਲੱਗੇ, ਸਾਨੂੰ ਵੀ ਸਿੱਖੀ ਚੰਗੀ ਲੱਗੇ। ਅਸੀਂ ਵੀ ਆਪਣੇ ਅੰਦਰੋਂ ਸਾਰੀ ਹਉਮੈ ਖਤਮ ਕਰ ਲਈਏ। ਜੋ ਧਨ ਦੌਲਤ ਦਾ ਹੰਕਾਰ ਹੈ ਸਾਨੂੰ ਉਹ ਸਾਰਾ ਖਤਮ ਹੋ ਜਾਏ। ਜੋ ਗੁਰੂ ਦਾ ਦੀਨ ਹੈ, ਗੁਰੂ ਦਾ ਮਜ਼ਹਬ ਹੈ, ਉਸ ਨੂੰ ਅਸੀਂ ਮੰਨੀਏ। ਮਰਨ ਜੀਵਨ ਦਾ ਭਰਮ ਹੈ ਉਹ ਖਤਮ ਹੋ ਜਾਏ ਅੰਦਰੋਂ। ਜੰਮਣ ਮਰਨਾ ਤਾਂ ਸੰਸਾਰ 'ਚ ਬਣਿਆ ਹੋਇਆ ਹੈ। ਇਹ ਕਹਿੰਦੇ ਭਰਮ ਖਤਮ ਕਰ ਦੇਣੇ। ਪਰਮਾਤਮਾ ਭੇਜਦਾ, ਪਰਮਾਤਮਾ ਲੈ ਜਾਂਦਾ ਚੁੱਕ। ਰੱਬ ਦੀ ਰਜ਼ਾ ਨੂੰ ਸਿਰ ਮੱਥੇ ਮੰਨੇ। ਪਰਮਾਤਮਾ ਨੂੰ ਕਰਤਾ ਮੰਨੇ। ਆਪਣੇ ਅੰਦਰ ਹਉਮੈ ਨੂੰ ਖਤਮ ਕਰੇ। ਸਾਰੇ ਜੀਵਾਂ 'ਤੇ ਰਹਿਮਤ ਕਰੇ, ਤਰਸ ਕਰੇ, ਤਾਂ ਕਹਿੰਦੇ ਉਹ ਮੁਸਲਮਾਨ ਹੁੰਦਾ। ਤਾਂ ਹੀ ਅਸੀਂ ਸਿੱਖ ਹੋਵਾਂਗੇ ਜੇ ਸਾਡੇ 'ਚ ਵੀ ਇਹੀ ਗੁਣ ਹੋਣਗੇ। ਮਹਿਲਾ ਚੌਥਾ, ਚੌਥੇ ਪਾਤਸ਼ਾਹ ਕਹਿੰਦੇ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ। ਤਾਜ ਮਾਇਆ ਅਹੰਕਾਰ ਝੁਕਾਵੇ। ਤਜ ਕਾਮ ਕਾਮਣੀ ਮੋਹ ਤਜੈ। ਤਾਂ ਅੰਜਨ ਮਾਹੇ ਨਿਰੰਜਨ ਪਾਵੇ।
ਤਾਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ। ਤਾਜ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ। ਪਰ ਹਰ ਹੁੰਦਾ ਤਿਆਗ ਕੇ ਛੱਡ ਕੇ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ। ਆਪਣੇ ਅੰਦਰ ਕਾਮ ਕ੍ਰੋਧ ਝੂਠ ਨਿੰਦਿਆ ਇਹ ਛੱਡਣੀ ਹੈ। ਤਜ ਮਾਇਆ ਅਹੰਕਾਰ ਚੁਕਾਵੇ। ਅਤੇ ਮਾਇਆ ਜਿਹੜਾ ਹੰਕਾਰ ਹੈ ਉਹ ਅੰਦਰੋਂ ਖਤਮ ਕਰਨਾ। ਉਹ ਅੰਦਰੋਂ ਖਤਮ ਕਰਨਾ। ਤਜ ਕਾਮ ਕਾਮਣੀ ਮੋਹ ਤਜ। ਕਾਮ ਕਾਮਣੀ ਔਰਤ ਨੂੰ ਕਹਿੰਦੇ। ਔਰਤ ਕਾਰਨ ਜੋ ਅੰਦਰ ਕਾਮ ਨਾਲ ਮੋਹ ਹੈ ਉਹਨੂੰ ਛੱਡੇ। ਤਜਾ ਨੂੰ ਛੱਡਣਾ। ਤਾਂ ਅੰਜਨ ਮਾਹੇ ਨਿਰੰਜਨ ਪਾਵੇ। ਅੰਜਨ ਮਾਇਆ ਨੂੰ ਕਹਿੰਦੇ ਨੇ। ਨਿਰੰਜਨ ਜਿਹੜਾ ਮਾਇਆ ਤੋਂ ਨਿਰਲੇਪ ਹੈ ਪਰਮਾਤਮਾ। ਤਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ, ਇਸ ਸੰਸਾਰ 'ਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਆਹ ਬੁਰਾਈਆਂ ਸਾਰੀਆਂ ਛੱਡਣੀਆਂ ਪੈਣੀਆਂ। ਤਾਂ ਕਾਮ ਕ੍ਰੋਧ ਝੂਠ ਨਿੰਦਾ ਹੰਕਾਰ ਔਰਤ ਦਾ ਕਾਮ ਪ੍ਰਤੀ ਮੋਹ ਇਹ ਸਭ ਕੁਝ ਛੱਡਣਾ ਪੈਣਾ। ਤਾਂ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਸਿੱਧੇ ਸ਼ਬਦਾਂ 'ਚ ਹੈ ਵੀ ਆਪਣਾ ਜਿਹੜਾ ਹੈ ਸਾਰੀਆਂ ਬੁਰਾਈਆਂ ਛੱਡਣੀਆਂ ਪੈਣੀਆਂ, ਕਿਉਂਕਿ ਇਹਨਾਂ ਚੀਜ਼ਾਂ ਦੇ ਮਗਰ ਬੁਰਾਈ ਹੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਧਾਰਾ। ਮਾਨ ਅਭਿਮਾਨ, ਮਾਨ ਹੈ ਹੰਕਾਰ ਹੈ, ਇਹਨੂੰ ਛੱਡੇ। ਪ੍ਰੀਤ ਸੁਤ ਧਾਰਾ, ਸੁਤ ਪੁੱਤਰ ਧਾਰਾ ਪਤਨੀ, ਇਹਨਾਂ ਦਾ ਮੋਹ ਛੱਡੇ। ਇਹਨਾਂ ਨੂੰ ਨਹੀਂ ਛੱਡਣਾ। ਪੁੱਤਰ ਪਤਨੀ ਨੂੰ ਨਹੀਂ ਛੱਡਣਾ, ਉਹਨਾਂ ਦਾ ਮੋਹ ਛੱਡਣਾ ਹੈ। ਗੁਰੂ ਨਾਨਕ ਦੇਵ ਜੀ ਨੇ ਕੁਛ ਛੱਡਣ ਨੂੰ ਨਹੀਂ ਕਿਹਾ। ਉਹਨੇ ਇਹ ਨਹੀਂ ਕਿਹਾ ਤੁਸੀਂ ਘਰ ਛੱਡ ਦਿਓ, ਪਰਿਵਾਰ ਛੱਡ ਦਿਓ, ਨਹੀਂ। ਕਹਿੰਦੇ ਸਿਰਫ ਤੁਸੀਂ ਇਹਨਾਂ ਦਾ ਮੋਹ ਛੱਡਣਾ, ਕਿਉਂਕਿ ਜਿਹੜਾ ਮੋਹ ਹੈ ਉਹ ਤੁਹਾਨੂੰ ਰੱਬ ਨਾਲ ਜੁੜਨ ਨਹੀਂ ਦੇਵੇਗਾ। ਬਸ ਮੋਹ ਛੱਡਣੇ, ਚੀਜ਼ਾਂ ਛੱਡਣ ਦੀ ਲੋੜ ਨਹੀਂ। ਮਾਇਆ ਨਹੀਂ ਤਿਆਗਣੀ। ਜੇ ਕਿਸੇ ਨੇ ਮਾਇਆ ਹੀ ਤਿਆਗਤੀ, ਖਾਏ ਪੀਵੇਗਾ ਕੀ? ਕਈ ਵਾਰੀ ਸਾਨੂੰ ਗੱਲ ਨਹੀਂ ਸਮਝ ਆਉਂਦੀ, ਅਸੀਂ ਉਹਦੇ ਸਿੱਧੇ ਅਰਥ ਲੈ ਲੈਂਦੇ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਤਿਸੀ ਕੋ ਫਿਰ ਖਾਏ। ਹਾਲਾਂਕਿ ਇਹਦਾ ਮਤਲਬ ਮਾਇਆ ਨਹੀਂ ਹੋਣੀ ਚਾਹੀਦੀ। ਮਾਇਆ ਨਾਗਨੀ ਉਦੋਂ ਹੈ ਜਦੋਂ ਗਲਤ ਤਰੀਕੇ ਨਾਲ ਮਾਇਆ ਕਮਾਈ ਜਾ ਰਹੀ ਹੋਵੇ। ਜਿਵੇਂ ਸਪਰੀ ਡੰਗ ਮਾਰੇ ਤਾਂ ਸਾਡਾ ਨੁਕਸਾਨ ਹੋ ਜਾਂਦਾ। ਇਸ ਤਰ੍ਹਾਂ ਜਦੋਂ ਅਸੀਂ ਗਲਤ ਤਰੀਕੇ ਨਾਲ ਮਾਇਆ ਕਮਾਉਂਦੇ ਹਾਂ ਤਾਂ ਸਾਨੂੰ ਜੇਲ੍ਹ ਵੀ ਹੋ ਸਕਦੀ ਹੈ, ਸਾਡੀ ਬਦਨਾਮੀ ਵੀ ਹੋ ਸਕਦੀ ਹੈ, ਸਾਨੂੰ ਬਹੁਤ ਪ੍ਰਕਾਰ ਦੇ ਘਾਟੇ ਪੈ ਸਕਦੇ ਹਨ। ਇਸ ਲਈ ਗੁਰੂ ਨੇ ਕਿਹਾ ਭਾਈ ਸਹੀ ਤਰੀਕੇ ਨਾਲ ਮਾਇਆ ਕਮਾਉਣੀ ਹੈ। ਜਦੋਂ ਮਾਇਆ ਨਾਲ ਮੋਹ ਹੋਏਗਾ ਫਿਰ ਗਲਤ ਤਰੀਕੇ ਹੋਣਗੇ ਹੀ ਹੋਣਗੇ। ਫਿਰ ਉਹਦੇ ਲਈ ਗਲਤ ਤਰੀਕੇ ਬੰਦਾ ਅਪਣਾਏਗਾ ਹੀ ਅਪਣਾਏਗਾ। ਤਾਂ ਉਹਨੇ ਕਿਹਾ ਮੋਹ ਛੱਡੋ। ਚੀਜ਼ਾਂ ਨਹੀਂ ਛੱਡਣੀਆਂ, ਸੰਸਾਰ ਨਹੀਂ ਛੱਡਣੇ, ਘਰ ਬਾਰ ਨਹੀਂ ਛੱਡਣਾ, ਉਹਦਾ ਮੋਹ ਛੱਡਣਾ। ਮਾਨ ਅਭਿਮਾਨ ਪ੍ਰੀਤ ਸੁਤ ਧਾਰਾ। ਵਡਿਆਈ ਹੰਕਾਰ, ਧੀਆਂ ਪੁੱਤਰਾਂ, ਪਤੀ ਪਤਨੀ, ਪੁੱਤਰ, ਇਹਦੇ ਮੋਹ ਛੱਡਣਾ। ਤਜ ਪਿਆਸ ਆਸ, ਇੱਛਾਵਾਂ ਦੀ ਤਮੰਨਾ ਛੱਡਣੀ ਹੈ। ਇੱਛਾਵਾਂ ਦੀ ਤਮੰਨਾ ਛੱਡਣੀ ਹੈ। ਰਾਮ ਲਿਵ ਲਾਵੇ, ਤਾਂ ਪਰਮਾਤਮਾ ਨਾਲ ਲਿਵ ਲੱਗੇਗੀ। ਨਾਨਕ ਸਾਚਾ ਮਨ ਵਸੈ, ਪਰਮਾਤਮਾ ਤਾਂ ਹੀ ਮਨ 'ਚ ਵਸੇਗਾ। ਸਾਚ ਸ਼ਬਦ ਹਰ ਨਾਮ ਸਮਾਵੇ।
ਜਦੋਂ ਪਰਮਾਤਮਾ ਦੇ ਨਾਮ ਰਾਹੀਂ, ਸ਼ਬਦ ਨਾਮ, ਪਰਮਾਤਮਾ ਦੇ ਨਾਮ ਰਾਹੀਂ ਹਰੀ ਦੇ ਨਾਮ ਵਿੱਚ ਲੀਨ ਹੋ ਜਾਵੇ, ਤਾਂ ਸਮਝੋ ਹੁਣ ਪਰਮਾਤਮਾ ਹਿਰਦੇ 'ਚ ਵਸ ਗਿਆ। ਪੌੜੀ ਰਾਜੇ ਰਈਅਤ, ਧਿਆਨ ਦੇਣਾ, ਰਈਅਤ ਫਾਰਸੀ ਦਾ ਸ਼ਬਦ ਹੈ। ਇਹਨੂੰ ਆਪਣਾ ਰਾਰਾ, ਈੜੀ ਨੂੰ ਬਿਹਾਰੀ, ਆੜਾ ਤੱਤਾ, ਰਈਅਤ ਪਰਜਾ ਨੂੰ ਕਹਿੰਦੇ ਨੇ। ਇੱਕ ਰਾਜਾ ਹੁੰਦਾ, ਬਾਕੀ ਪਰਜਾ ਹੁੰਦੀ ਹੈ। ਫਾਰਸੀ 'ਚ ਪਰਜਾ ਨੂੰ ਕਹਿੰਦੇ ਰਈਅਤ। ਰਾਜੇ ਰਈਅਤ ਸਿਕਦਾਰ, ਕੋਏ ਨਾ ਰਹਿਸਿਓ, ਹਟ ਪਟਨ ਬਾਜ਼ਾਰ, ਬਾਜ਼ਾਰ ਜੱਜੇ ਦੇ ਪੈਰ 'ਚ ਬਿੰਦੇ, ਹੁਕਮੀ ਢੈਸਿਓ, ਪੱਕੇ ਬੰਕ ਦੁਆਰ, ਮੂਰਖ ਜਾਣੈ ਆਪਣੇ, ਦਰਬ ਭਰੇ ਭੰਡਾਰ, ਰੀਤੇ ਇੱਕ ਖਣੇ, ਤਾਜ਼ੀ। ਇਹ ਫਾਰਸੀ ਦਾ ਸ਼ਬਦ ਹੈ। ਘੋੜੇ ਨੂੰ ਕਹਿੰਦੇ ਆਪਾਂ ਘੋੜਾ ਕਹਿੰਦੇ, ਹਿੰਦੀ 'ਚ ਘੋੜਾ ਕਹਿੰਦੇ, ਸੰਸਕ੍ਰਿਤ 'ਚ ਅਸ਼ਵ ਕਹਿੰਦੇ ਨੇ। ਸੰਸਕ੍ਰਿਤ ਕੀ ਕਹਿੰਦੇ ਨੇ? ਅਸ਼ਵ, ਘੋੜਾ, ਅਸ਼ਵ। ਹਿੰਦੀ ਪੁਰਾਤਨ ਹਿੰਦੀ ਕਹਿੰਦੇ ਅਸੂ, ਆੜਾ ਸਸੇ ਨੌਕੜ। ਪੁਰਾਤਨ ਹਿੰਦੀ ਘੋੜੇ ਨੂੰ ਕਹਿੰਦੇ ਸੀ ਅਸੂ, ਸੰਸਕ੍ਰਿਤ ਕਹਿੰਦੇ ਨੇ ਅਸ਼ਵ, ਅੱਜ ਦੀ ਹਿੰਦੀ ਕਹਿੰਦੇ ਘੋੜਾ, ਪੰਜਾਬੀ 'ਚ ਕਹਿੰਦੇ ਨੇ ਘੋੜਾ, ਅਤੇ ਅਰਬੀ ਫਾਰਸੀ 'ਚ ਕਹਿੰਦੇ ਨੇ ਤਾਜ਼ੀ, ਘੋੜਾ। ਜੱਜੇ ਦੇ ਪੈਰ 'ਚ ਬਿੰਦੀ ਲਾਣੀ। ਤਾਜ਼ੀ ਰਾਥ ਤੁਖਾਰ, ਤੁਖਾਰ ਜਿਹੜਾ ਊਠ ਨੂੰ ਕਹਿੰਦੇ ਨੇ, ਆਪਾਂ ਊਠ ਕਹਿੰਦੇ ਹਾਂ, ਫਾਰਸੀ ਤੁਖਾਰ ਕਹਿੰਦੇ ਨੇ। ਤਾਜ਼ੀ ਰਥ ਤੁਖਾਰ, ਹਾਥੀ ਪਖਰੇ, ਉੱਤੇ ਜਿਹੜੀਆਂ ਕਾਠੀਆਂ ਲਈਆਂ ਹੁੰਦੀਆਂ ਨੇ। ਘੋੜੇ 'ਤੇ ਕਾਠੀ ਹੁੰਦੀ ਹੈ, ਹਾਥੀ ਦੇ ਉੱਤੇ ਹੌਦਾ ਹੁੰਦਾ ਬੈਠਣ ਲਈ, ਉਹਨੂੰ ਪਖਰੇ ਕਹਿੰਦੇ। ਬਾਗ ਮਿਲਖ ਘਰ ਬਾਰ, ਕਿੱਥੇ ਸੇ ਆਪਣੇ, ਤੰਬੂ ਪਲੰਗ ਨਿਵਾਰ, ਸਰਾਏ 'ਚ ਲਾਲਤੀ, ਨਾਨਕ ਸੱਚ ਦਾਤਾਰ, ਸ਼ਨਾਖਤ, ਸੱਸੇ ਦੇ ਪੈਰ 'ਚ ਬਿੰਦੀ, ਖੱਖੇ ਦੇ ਪੈਰ 'ਚ ਬਿੰਦੀ। ਇਹ ਫਾਰਸੀ ਦਾ ਸ਼ਬਦ ਹੈ। ਹਾਲਾਂਕਿ ਉਹਦੀ ਸ਼ਨਾਖਤ ਕਰੋ ਜੀ, ਪਹਿਚਾਣੋ ਉਹਨੂੰ। ਕਈ ਵਾਰੀ ਕੀ ਹੁੰਦਾ, ਮੰਨ ਲਓ ਮੈਨੂੰ ਕੋਈ ਕੁੱਟ ਮਾਰ ਗਿਆ ਜਾਂ ਹੋਰ ਕੀਤਾ, ਭੱਜ ਗਏ ਨੇ, ਫੜੇ ਨਹੀਂ ਜਾਂਦੇ, ਮੈਨੂੰ ਉਹਨਾਂ ਦੇ ਨਾਂ ਨਹੀਂ ਆਉਂਦੇ, ਫਿਰ ਪੁਲਿਸ ਵਾਲੇ ਫੜ ਲੈਂਦੇ ਸ਼ੱਕ ਦੇ ਆਧਾਰ 'ਤੇ, ਅਤੇ ਫਿਰ ਮੈਨੂੰ ਕਹਿਣਗੇ ਵੀ ਇਹਨਾਂ 'ਚ ਪਹਿਚਾਣ, ਕਿਸ ਨੇ ਤੈਨੂੰ ਕੁੱਟਿਆ ਸੀ, ਮੈਂ ਉਹਨਾਂ ਦੀ ਸ਼ਨਾਖਤ ਕਰਾਂਗਾ ਵੀ ਹਾਂ ਆਹ ਸੀ ਜੀ, ਬਸ। ਸੋ ਸ਼ਨਾਖਤ ਫਾਰਸੀ ਦਾ ਸ਼ਬਦ ਹੈ, ਪਹਿਚਾਨਣਾ। ਨਾਨਕ ਸੱਚ ਦਾਤਾਰ, ਸ਼ਨਾਖਤ ਕੁਦਰਤੀ। ਗੁਰੂ ਮਹਾਰਾਜ ਕਹਿੰਦੇ ਰਾਜੇ ਰਈਅਤ ਸਿਕਦਾਰ, ਨਾ ਰਾਜਾ ਨੇ ਰਹਿਣਾ ਰਈਅਤ, ਨਾ ਪ੍ਰਜਾ ਨੇ ਰਹਿਣਾ। ਸਿਕਦਾਰ ਜਿਹੜੇ ਚੌਧਰੀ ਨੇ, ਮੁਖੀਏ ਜਿਹੜੇ ਬਣੇ ਹੋਏ, ਕੋਈ ਨਾ ਰਹਿਸੀਓ, ਇਹਨਾਂ 'ਚ ਕਿਸੇ ਨੇ ਨਹੀਂ ਰਹਿਣਾ। ਕਿਉਂ? ਹਰ ਇੱਕ ਦੀ ਉਮਰ ਹੈ। ਜੋ ਪਰਮਾਤਮਾ ਨੇ ਬਣਾਇਆ ਨਾ, ਉਹਦੀ ਇੱਕ ਉਮਰ ਬਣਾਈ ਹੈ। ਜਦੋਂ ਉਮਰ ਪੂਰੀ ਹੋ ਜਾਣੀ ਹੈ, ਇੱਥੋਂ ਚਲੇ ਜਾਣਾ। ਆਹ ਜਿਹੜਾ ਸਮੁੰਦਰ ਹੈ, ਇੱਕ ਦਿਨ ਇਹਨੇ ਵੀ ਨਹੀਂ ਰਹਿਣਾ, ਜਿਹੜੇ ਪਹਾੜ ਨੇ ਇਹਨਾਂ ਵੀ ਨਹੀਂ ਰਹਿਣਾ। ਜਿਓਗ੍ਰਾਫੀ ਕਹਿੰਦੀ ਹੈ ਕਿ ਜਿੱਥੇ ਅੱਜ ਕੱਲ੍ਹ ਹਿਮਾਲਾ ਪਰਬਤ ਹੈ, ਇੱਥੇ ਲੱਖਾਂ ਸਾਲ ਪਹਿਲਾਂ ਸਮੁੰਦਰ ਹੁੰਦਾ ਸੀ। ਧਰਤੀ ਦੇ ਵਿੱਚ ਹਲਚਲ ਹੁੰਦੀ ਰਹਿੰਦੀ ਹੈ। ਉਹ ਜੋ ਧਰਤੀ 'ਚ ਹਲਚਲ ਹੋਈ, ਧਰਤੀ ਉੱਪਰ ਨੂੰ ਉੱਠ ਗਈ। ਜਦੋਂ ਉੱਪਰ ਨੂੰ ਉੱਠ ਗਈ ਤਾਂ ਪਾਣੀ ਜਿਹੜਾ ਸੀ ਸਾਰਾ ਰੁੜ ਗਿਆ, ਉਹ ਨੀਵੇਂ ਥਾਂ 'ਤੇ ਚਲੇ ਗਏ ਜਿੱਥੇ ਅੱਜ ਸਮੁੰਦਰ ਹੈ। ਅਤੇ ਇਹ ਸਮਾਂ ਪਾ ਕੇ ਹਜ਼ਾਰਾਂ ਸਾਲ ਬੀਤਣ ਤੋਂ ਬਾਅਦ ਉਹ ਧਰਤੀ ਪੱਕੀ ਹੋ ਗਈ। ਪੱਕੀ ਹੋ ਕੇ ਹੌਲੀ ਹੌਲੀ ਉਹਨੇ ਪਹਾੜਾਂ ਦਾ ਰੂਪ ਧਾਰਨ ਕਰ ਲਿਆ। ਸੋ ਇਸ ਲਈ ਜੋ ਵੀ ਦਿਸ ਰਿਹਾ ਹੈ, ਇਸ ਨੇ ਨਹੀਂ ਰਹਿਣਾ। ਹਰ ਇੱਕ ਦੀ ਆਪਣੀ ਆਪਣੀ ਉਮਰ ਹੈ। ਇਸ ਲਈ ਕਿ ਨਾ ਰਾਜਿਆਂ ਨੇ ਰਹਿਣਾ, ਨਾ ਪਰਜਾ ਨੇ ਰਹਿਣਾ, ਨਾ ਚੌਧਰੀਆਂ ਨੇ ਰਹਿਣਾ, ਕੋਈ ਨਾ ਰਸੀ, ਕਿਸੇ ਨੇ ਨਹੀਂ ਰਹਿਣਾ। ਹਟ ਪਟਣ ਬਾਜ਼ਾਰ, ਹੁਕਮੀ ਢੈਸੀਓ।
ਹਟ ਹਟੀਆਂ। ਪਟਨ ਸ਼ਹਿਰ ਨੂੰ ਕਹਿੰਦੇ ਨੇ। ਪਟਨ ਮੈਨੇ ਸ਼ਹਿਰ। ਬਾਜ਼ਾਰ ਹੁਕਮ ਹੀ ਟੈਸੀ ਹੈ। ਪਰਮਾਤਮਾ ਦੇ ਹੁਕਮ ਨਾਲ ਸਾਰੇ ਟਹਿ ਜਾਣੇ ਨੇ, ਇਹ ਸਦਾ ਨਹੀਂ ਰਹਿਣਾ। ਪੱਕੇ ਬੰਕ ਦੁਆਰ। ਬੰਕ ਸੁੰਦਰ ਨੂੰ ਕਹਿੰਦੇ ਨੇ। ਇਹ ਬੜਾ ਜੀ ਬਾਂਕਾ ਜਵਾਨ ਹੈ, ਬੜਾ ਸੁੰਦਰ ਸੋਹਣਾ ਜਵਾਨ ਕਹਿੰਦੇ ਬਾਂਕਾ ਹੈ। ਪੱਕੇ ਬੰਕ ਦੁਆਰ। ਦੁਆਰ ਦਾ ਭਾਵ ਹੈ ਘਰ। ਪੱਕੇ ਤੇ ਸੁੰਦਰ ਘਰ। ਮੂਰਖ ਜਾਣਾ ਆਪਣੇ। ਮੂਰਖ ਆਪਣੇ ਸਮਝਦੇ ਸਨ ਵੀ ਇੱਕ ਤੂੰ ਹੀ ਨਹੀਂ ਰਹਿਣਾ ਤੇ ਤੇਰੇ ਕਿੱਥੋਂ ਨੇ। ਧਰਮ ਕਹਿੰਦਾ ਪਰਮਾਤਮਾ ਨੇ ਤੁਹਾਨੂੰ ਇਹ ਵਰਤਣ ਲਈ ਦਿੱਤੇ ਨੇ, ਤੁਹਾਡੇ ਨਹੀਂ ਹੈਗੇ। ਆਹ ਧੀਆਂ ਪੁੱਤਰ ਵੀ ਨੇ, ਪਰਮਾਤਮਾ ਕਹਿੰਦੇ ਤੁਹਾਡੇ ਨਹੀਂ ਹੈਗੇ, ਤੁਹਾਨੂੰ ਤੇ ਸੰਭਲ ਲਈ ਮੈਂ ਦਿੱਤੇ ਨੇ। ਮੈਂ ਇਹ ਜੀਵ ਪੈਦਾ ਕਰਨੇ ਸਨ। ਪੈਦਾ ਕਰਨ ਦਾ ਇੱਕ ਢੰਗ ਸੀ ਕਿ ਮਾਤਾ ਪਿਤਾ ਹੋਣੇ ਚਾਹੀਦੇ ਹਨ। ਇਸ ਲਈ ਤੁਹਾਨੂੰ ਮਾਤਾ ਪਿਤਾ ਬਣਾ ਕੇ ਕਿਸੇ ਨੂੰ 1 ਜਵਾਕ ਦਿੱਤਾ, ਕਿਸੇ ਨੂੰ 2 ਦਿੱਤੇ, ਕਿਸੇ ਨੂੰ 8 ਦਿੱਤੇ, ਕਿਸੇ ਨੂੰ 12 ਦਿੱਤੇ। ਉਹ ਕਹਿੰਦੇ ਤੇ ਮੇਰੇ ਨੇ, ਇਹ ਤਾਂ ਮੈਂ ਤੁਹਾਡੇ ਰਾਹੀਂ ਇਸ ਸੰਸਾਰ 'ਤੇ ਭੇਜੇ ਨੇ ਅਤੇ ਤੁਹਾਡੀ ਡਿਊਟੀ ਲਈ ਹੈ। ਇਹ ਮੇਰੇ ਜਵਾਕਾਂ ਨੂੰ ਸੰਭਵ, ਕਿਉਂਕਿ ਮੇਰੇ ਨੇ, ਜਦੋਂ ਮਰਜ਼ੀ ਮੈਂ ਤੁਹਾਡੇ ਤੋਂ ਲੈ ਲਾ, ਚੀਫ ਹੀ ਨਹੀਂ ਕਰਨਾ। ਠੀਕ ਹੈ, ਪਰ ਅਸੀਂ ਸਮਝਦੇ ਹਾਂ ਸਾਡੇ ਨੇ, ਬਸ ਇਸ ਲਈ ਅਸੀਂ ਚੀਫ ਹੀ ਕਰਦੇ, ਹੋਰ ਤਾਂ ਕੋਈ ਗੱਲ ਨਹੀਂ। ਤਾਂ ਸੁਣ, ਪਰ ਭਾਵੇਂ ਇਹਦੇ ਮੀਨਿੰਗ ਆਉਂਦੇ ਹੁਣ, ਧਰਮ ਦੇ ਅਰਥ ਆ ਜਾਣਾ ਹੋਰ ਗੱਲ ਹੈ। ਉਸ ਤਰ੍ਹਾਂ ਦਾ ਜੀਵਨ ਬਣਨਾ ਬੜਾ ਕਠਿਨ ਹੈ। ਭਾਵੇਂ ਹੁਣ ਆਪਾਂ ਨੂੰ ਗਿਆਨ ਹੋ ਗਿਆ ਕਿ ਵੀ ਇਹ ਬੱਚੇ ਸਾਡੇ ਨੇ। ਮੂਰਖ ਜਾਣੇ ਆਪਣੇ ਧੀਆਂ ਪੂਤ ਸੰਜੋਗ। ਇੱਥੋਂ ਤੱਕ ਬਾਣੀ ਕਿਹਾ ਜਿਹੜਾ ਇਹਨੂੰ ਆਪਣੇ ਸਮਝਦਾ ਮੂਰਖ ਹੈ। ਮੂਰਖ ਹੈ ਜਿਹੜਾ ਆਪਣੇ ਸਮਝਦਾ ਹੈ। ਪਰ ਨਹੀਂ, ਇਸ ਗੱਲ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਇਹ ਕਹਿਣ ਕਹਾਣ ਨੂੰ ਬੜਾ ਆਸਾਨ ਹੈ, ਪਰ ਇਹਨਾਂ ਨੂੰ ਬੇਗਾਨੇ ਸਮਝਣਾ ਇਹ ਸਾਡੇ ਲਈ ਅਸੰਭਵ ਹੈ। ਇਹ ਬ੍ਰਹਮ ਗਿਆਨੀ ਲਈ ਤਾਂ ਠੀਕ ਹੈ। ਗੁਰਬਾਣੀ 'ਚ ਕੁਝ ਗੱਲਾਂ ਬ੍ਰਹਮ ਗਿਆਨੀ ਲਈ ਨੇ, ਕੁਝ ਗੱਲਾਂ ਸਧਾਰਨ ਲੋਕਾਂ ਲਈ ਨੇ, ਕੁਝ ਗੱਲਾਂ ਦਰਮਿਆਨੇ ਲੋਕਾਂ ਲਈ ਨੇ। ਸਾਡੇ ਲਈ ਅਜਿਹੇ ਹੈ ਕਿ ਹੈਨ ਤੇ ਤੁਹਾਡੇ ਹੀ, ਪਰ ਸਿਰ ਮੋਹ ਛੱਡ ਦਿਓ ਇਹਨਾਂ ਦਾ। ਅਜੇ ਅਸੀਂ ਇਸ ਅਵਸਥਾ 'ਤੇ ਹਾਂ। ਕਹਿੰਦੇ ਠੀਕ ਹੈ ਇਹ ਤੁਹਾਡੇ ਨੇ, ਪਰ ਫਿਰ ਵੀ ਤੁਸੀਂ ਇਹਨਾਂ ਦਾ ਮੋਹ ਛੱਡੋ। ਜਦੋਂ ਬ੍ਰਹਮ ਗਿਆਨ ਹੋ ਜਾਏਗਾ ਫਿਰ ਪਤਾ ਲੱਗੇ ਉਹ ਤਾਂ ਮੇਰੇ ਹੈ ਹੀ ਨਹੀਂ, ਇਹ ਤਾਂ ਪਰਮਾਤਮਾ ਦੇ ਨੇ, ਜਦੋਂ ਮਰਜ਼ੀ ਲੈ ਜੇ। ਉਹ ਰੋਂਦਾ ਪਿੱਟਦਾ ਨਹੀਂ ਹੈ, ਅਸੀਂ ਰੋਂਦੇ ਪਿੱਟਦੇ। ਬ੍ਰਹਮ ਗਿਆਨੀ ਰੋਂਦਾ ਪਿੱਟਦਾ ਨਹੀਂ ਹੈਗਾ। ਉਹਨੂੰ ਪਤਾ ਇਹ ਮੇਰੇ ਹੈ ਹੀ ਨਹੀਂ, ਉਹਦਾ ਮੋਹ ਟੁੱਟ ਚੁੱਕਾ ਹੁੰਦਾ। ਤਾਂ ਕਹਿੰਦੇ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਮੂਰਖ ਇਨਸਾਨ ਇਹ ਪੱਕੇ ਅਤੇ ਸੋਹਣੇ ਘਰਾਂ ਨੂੰ ਆਪਣੇ ਸਮਝ ਰਿਹਾ ਹੈ। ਦਰਬ ਭਰੇ ਭੰਡਾਰ। ਦਰਬ ਪਦਾਰਥਾਂ ਨੂੰ ਕਹਿੰਦੇ। ਸਾਇੰਸ ਦੇ ਵਿੱਚ ਜਿਹੜਾ ਪਦਾਰਥ ਹੈ 3 ਪ੍ਰਕਾਰ ਦਾ ਹੈ। ਦਰਬ ਹਿੰਦੀ ਦਾ ਸ਼ਬਦ ਹੈ, ਉਹ ਤਾਂ ਬੱਬੇ ਨਾਲ ਬਣਾ ਲਿਆ ਦਰਬ। ਇੱਕ ਠੋਸ, ਇੱਕ ਗੈਸ, ਇੱਕ ਤਰਲ। ਪਦਾਰਥ 3 ਪ੍ਰਕਾਰ ਦੇ ਹੁੰਦੇ ਨੇ। ਜਾਂ ਠੋਸ ਹੁੰਦਾ, ਜਾਂ ਤਰਲ ਹੁੰਦਾ, ਜਾਂ ਗੈਸ ਰੂਪ ਹੁੰਦਾ। ਇੱਥੇ ਫਿਰ ਦਰਬ ਤੋਂ ਭਾਵ ਹੈ ਪਦਾਰਥਾਂ ਤੋਂ, ਹਰ ਪ੍ਰਕਾਰ ਦੇ ਪਦਾਰਥ। ਦਰਬ ਭਰੇ ਭੰਡਾਰ, ਭਾਵੇਂ ਪਦਾਰਥਾਂ ਦੇ ਨਾਲ ਭੰਡਾਰ ਭਰੇ ਹੋਏ ਹੋਣ। ਰੀਤੇ ਇੱਕ ਖੜੇ, ਰੀਤੇ ਦਾ ਖਾਲੀ ਹੋ ਜਾਣਾ। ਖਣੇ ਮਨੇ ਕਸ਼ਣ, 1 ਸੈਕਿੰਡ ਵਿੱਚ ਪਰਮਾਤਮਾ ਇਹਨਾਂ ਨੂੰ ਖਾਲੀ ਕਰ ਸਕਦਾ। ਤਾਜ਼ੀ ਰਥ ਤੁਖਾਰ, ਹਾਥੀ ਪਖਰ। ਤਾਜ਼ੀ ਘੋੜੇ, ਖਾਸ ਕਰਕੇ ਜਿਹੜੇ ਅਫਗਾਨਿਸਤਾਨ ਦੇ ਘੋੜੇ ਨੇ, ਤੁਰਕਿਸਤਾਨ ਦੇ ਜਿਹੜੇ ਘੋੜੇ ਨੇ, ਉਹਨਾਂ ਨੂੰ ਤਾਜ਼ੀ ਕਹਿੰਦੇ ਨੇ। ਰਥ ਤੁਖਾਰ ਊਠ ਹੁੰਦੇ ਨੇ, ਹਾਥੀ ਪਖਰ ਜਿਹੜੇ ਉਹਨਾਂ ਦੇ ਉੱਪਰ ਕਾਠੀਆਂ ਹੁੰਦੀਆਂ ਨੇ।
ਬਾਗ ਮਿਲਕ ਘਰ-ਬਾਰ, ਬਾਗ ਮਿਲਕ ਜਾਇਦਾਦ ਨੂੰ ਕਹਿੰਦੇ ਨੇ, ਪ੍ਰੋਪਰਟੀ, ਬਾਗ ਹੋਰ ਹਰ ਪ੍ਰਕਾਰ ਦੀ ਜਾਇਦਾਦ, ਘਰ-ਬਾਰ ਕਿੱਥੇ ਸੀ ਆਪਣੇ, ਹੁਣ ਉਹ ਕਿੱਥੇ ਰਹੇ। ਜਿਹੜੇ ਸਾਡੇ ਵੇਲੇ ਪਾਕਿਸਤਾਨ ਤੋਂ ਆਏ ਨੇ ਰਹਿ ਗਏ ਨਾ ਸਾਰੇ ਉੱਥੇ ਹੀ, ਮਰਨ ਤੋਂ ਬਾਅਦ ਤਾਂ ਰਹਿ ਹੀ ਜਾਣੇ ਨੇ, ਪਰ ਸਾਨੂੰ ਤਾਂ ਜਿਉਂਦੇ ਹੀ ਵਿਖਾਤਾ, ਸਾਨੂੰ ਤਾਂ ਕੁਦਰਤ ਨੇ ਜਿਉਂਦੇ ਹੀ ਵਿਖਾਤਾ। ਤੁਹਾਡਾ ਕੋਈ ਘਰ-ਬਾਰ ਨਹੀਂ, ਕੋਈ ਜਾਇਦਾਦ ਨਹੀਂ, ਕੋਈ ਡੰਗਰ ਨਹੀਂ, ਸਾਰੇ ਡੰਗਰ ਉੱਧਰ ਰਹਿ ਗਏ, ਜਾਇਦਾਦ ਉੱਧਰ ਰਹਿ ਗਈ, ਘਰ-ਬਾਰ ਉੱਧਰ ਰਹਿ ਗਏ, ਸਭ ਕੁਛ ਰਹਿ ਗਿਆ, ਸਭ ਕੁਛ ਰਹਿ ਗਿਆ। ਜਿਉਂਦੇ ਹੀ ਦਿਖਾਤਾ ਪਰਮਾਤਮਾ ਨੇ, ਇਹ ਤੁਹਾਡੇ ਨਹੀਂ ਹੈਗੇ। ਤੁਹਾਨੂੰ ਤਾਂ 15 ਅਗਸਤ 1947 ਦੇ ਰਹਿਣ ਨੂੰ ਦਿੱਤੇ ਸਨ, ਤੁਹਾਡਾ ਟਾਈਮ ਪੂਰਾ ਗਿਆ, ਗਵਰਨਮੈਂਟ ਗਾਉਣ ਜਾਣ ਤੋਂ ਬਹਾਨਾ ਬਣ ਗਿਆ, ਕੋਈ ਬਹਾਨਾ ਬਣ ਗਿਆ। ਇਹ ਲਿਖਿਆ ਪਹਿਲਾਂ ਹੀ ਹੁੰਦਾ ਵੀ 15 ਅਗਸਤ 1947 ਨੂੰ ਹਿੰਦੁਸਤਾਨ ਦੇ 2 ਟੁਕੜੇ ਹੋਣਗੇ, ਇੱਕ ਪਾਕਿਸਤਾਨ ਅਤੇ ਇੱਕ ਹਿੰਦੁਸਤਾਨ ਆਜ਼ਾਦ ਹੋ ਜਾਣਗੇ, ਪਹਿਲੇ ਲਿਖਿਆ ਹੁੰਦਾ। ਸਿਰਫ ਬ੍ਰਹਮ ਗਿਆਨੀ ਨੂੰ ਪਤਾ ਹੁੰਦਾ, ਸਾਡੇ ਵਰਗਿਆਂ ਨੂੰ ਪਤਾ ਨਹੀਂ ਹੁੰਦਾ। ਸਾਡੇ ਪਿੰਡ ਜਿਹੜੇ ਸਨ ਕਾਂਗਰਸੀ ਵਕੀਲ ਸਨ, ਮੁਸਲਮਾਨ ਸਨ, ਉਂਝ ਵਕਾਲਤ ਕਰਦੇ ਸਨ, ਪਰ ਇਹ ਜਿਹੜੇ ਕਾਂਗਰਸੀ ਨੇ ਉਸ ਵੇਲੇ ਬਰੋਡ ਮਾਈਂਡਡ ਹੁੰਦੇ ਸਨ, ਚਾਹੇ ਮੁਸਲਮਾਨ ਸਨ, ਹਿੰਦੂ ਸੀ, ਸਿੱਖ ਸੀ, ਖੁੱਲ੍ਹੇ ਦਿਲ ਦੇ ਹੁੰਦੇ ਸਨ। ਇਹ ਕੱਟੜ ਨਹੀਂ ਸਨ ਹੁੰਦੇ, ਕੱਟੜ ਨਹੀਂ ਸਨ। ਕਾਂਗਰਸੀ ਹੁਣ ਵੀ ਕੱਟੜ ਨਹੀਂ ਹੈਗੇ, ਜਮਾਤ ਜਿਹੜੀ ਹੈ, ਚਲੋ ਵਿੱਚ ਇੱਕ ਅੱਧਾ ਹੁੰਦਾ, ਉਹ ਗੱਲ ਵੱਖਰੀ ਹੁੰਦੀ ਹੈ। 47 ਚੜ੍ਹਿਆ ਹੈ, ਉਹ ਲਾਹੌਰ ਵਕਾਲਤ ਕਰਦੇ ਸਨ। ਪਿਤਾ ਜੀ ਲਾਹੌਰ ਹੀ ਕਈ ਵਾਰੀ ਸੌਦਾ ਲੈਣ ਜਾਂਦੇ ਸਨ, ਚਲੋ ਮਿਲਣਾ, ਉਹ ਕਹਿੰਦੇ ਖਜ਼ਾਨ ਸਿੰਘ ਜੀ ਹਿੰਦੁਸਤਾਨ ਪਾਕਿਸਤਾਨ ਬਣ ਜਾਣਾ, ਅਤੇ ਚੰਗਾ ਤੁਸੀਂ ਹੁਣੇ ਜ਼ਮੀਨ ਜਾਇਦਾਦ ਜੋ ਤੁਹਾਡਾ ਵਿਕਦਾ ਨਾ ਵੇਚ ਕੇ ਅੰਮ੍ਰਿਤਸਰ ਟੱਪ ਜਾਓ, ਆ ਜਿਹੜਾ ਰਾਵੀ ਦਰਿਆ ਨਾ ਇਹਨੂੰ ਟੱਪ ਜਾਓ, ਇਹ ਹੱਦ ਹੋ ਜਾਣੀ ਹੈ, ਇਹ ਹੱਦ ਹੋ ਜਾਣੀ, ਦੂਜੇ ਪਾਸੇ ਪਾਕਿਸਤਾਨ ਹੋ ਜਾਣਾ, ਇੱਧਰ ਹਿੰਦੂ ਹੋ ਜਾਣਾ, ਤੁਸੀਂ ਚਲੇ ਜਾਓ। ਬਾਪੂ ਜੀ ਕਹਿੰਦੇ ਲੈ ਰਾਜੇ ਬਦਲਿਆ ਕਰਦੇ ਨੇ, ਕਦੇ ਪ੍ਰਜਾ ਵੀ ਬਦਲੀ ਹੈ। ਗੱਲ ਠੀਕ ਹੋਰ ਸੀ ਉਹਨਾਂ ਦੀ ਵੀ ਰਾਜੇ ਤਾਂ ਬਦਲਦੇ ਆਏ, ਪ੍ਰਜਾ ਵੀ ਕਦੇ ਬਦਲੀ ਹੈ। ਉਹ ਕਹਿੰਦੇ ਨਹੀਂ, ਉਹ ਪੜ੍ਹੇ ਲਿਖੇ ਸਨ, ਕਿ ਤੁਹਾਡੇ ਨਾਲ ਸਾਡਾ ਪ੍ਰੇਮ ਹੈ ਖਜ਼ਾਨ ਸਿੰਘ ਜੀ, ਐਤਕੀ ਪ੍ਰਜਾ ਬਦਲੇਗੀ। ਬਾਪੂ ਜੀ ਅਨਪੜ੍ਹ ਹੋਣ ਕਰ ਨਹੀਂ ਮੰਨੇ। ਜੁਲਾਈ 'ਚੋਂ ਫਿਰ ਆਏ, ਕਹਿੰਦੇ ਹੁਣ ਤੁਹਾਡੀ ਜ਼ਮੀਨ ਜਾਇਦਾਦ ਤਾਂ ਨਹੀਂ ਵਿਕਣੀ, ਪਰ ਆਪਣਾ ਕੀਮਤੀ ਸਮਾਨ ਲੈ ਕੇ ਅਜੇ ਵੀ ਤੁਸੀਂ ਚਲੇ ਜਾਵੋ, ਤੁਹਾਡੇ ਨਾਲ ਸਾਡਾ ਪ੍ਰੇਮ ਹੈ। 1 ਅਗਸਤ ਨੂੰ ਫਿਰ ਉਹ ਆਏ, ਕਹਿੰਦੇ 15 ਅਗਸਤ ਨੂੰ ਹਿੰਦੁਸਤਾਨ ਪਾਕਿਸਤਾਨ ਬਣ ਰਹੇ ਨੇ, ਤੁਹਾਨੂੰ ਇੱਥੋਂ ਜਾਣਾ ਪੈਣਾ, ਤੁਹਾਡਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ, ਦੰਗੇ ਹੋ ਸਕਦੇ ਨੇ, ਇਸ ਲਈ ਤੁਸੀਂ ਅਜੇ ਵੀ ਚਲੇ ਜਾਓ। ਬਾਪੂ ਜੀ ਨਹੀਂ ਆਏ, ਅਤੇ ਜਦੋਂ 15 ਅਗਸਤ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਫਿਰ ਭਾਜੜਾਂ ਪੈ ਗਈਆਂ। ਉਹ ਫਿਰ ਵੀ ਆਏ, ਕਹਿੰਦੇ ਹੁਣ ਇਸ ਤਰ੍ਹਾਂ ਕਰੋ, ਸਾਰਾ ਢੰਡੋਰਾ ਪਿੱਟ ਕੇ ਨਾ ਹਿੰਦੂਆਂ ਸਿੱਖਾਂ ਨੂੰ, ਸਾਡੇ ਪਿੰਡ ਦੇ ਨੂੰ ਉਹਨਾਂ ਨੇ ਇਕੱਠਿਆ ਕਰ ਲਿਆ, ਮੁਸਲਮਾਨਾਂ ਨੂੰ। ਕਹਿੰਦੇ ਅਸੀਂ ਹੁਣ ਤੁਹਾਡੇ ਲਈ ਇੱਕੋ ਹੀ ਕਰ ਸਕਦੇ ਬਈ ਗੱਡੇ ਤੁਹਾਡੇ ਕੋਲ ਵੀ ਸਾਡੇ ਕੋਲ ਵੀ ਹੈ, ਜਿਹੜਾ ਕੀਮਤੀ ਸਮਾਨ ਹੈ, ਬਾਲ ਬੱਚੇ ਨੇ, ਆਪਣੇ ਗੱਡਿਆਂ 'ਤੇ ਬਿਠਾ ਲਓ, ਜਿਹੜੇ ਪਸ਼ੂ ਨੇ ਉਹਨਾਂ ਨੂੰ ਸਾਰਿਆਂ ਨੂੰ ਸੰਗਲ ਉਹਨਾਂ ਦੇ ਖੋਲ੍ਹ ਦਿਓ, ਵਿਚਾਰੇ ਭੁੱਖੇ ਪਿਆਸੇ ਨਾ ਮਰ ਜਾਣ, ਆਪਣੇ ਘਰਾਂ ਨੂੰ ਜਿੰਦਰੇ ਲਾ ਜਾਓ। ਜੇ ਤੁਸੀਂ ਵਾਪਸ, ਵੈਸੇ ਤਾਂ ਆਉਣਾ ਕੋਈ ਨਹੀਂ, ਪਰ ਜੇ ਤੁਸੀਂ ਵਾਪਸ ਆ ਕੇ ਤਾਂ ਆਪਣੇ ਖੋਲ੍ਹ ਲਿਓ, ਨਹੀਂ ਤਾਂ ਫਿਰ ਇੱਥੇ ਲੁਟੇਰਿਆਂ ਨੇ ਲੁੱਟ ਲੈਣਾ ਸਭ ਕੁਝ। ਚਲੋ ਜੀ, ਕਹਿੰਦੇ ਵੀ ਜਿਨ੍ਹਾਂ ਕੋਲੇ ਹਥਿਆਰ ਨੇ ਨਾਲ ਨਾਲ ਉਹ ਗੱਡਿਆਂ ਦੇ ਹੋ ਜਾਓ। ਘੋੜੇ ਵੀ ਕਈਆਂ ਕੋਲੇ ਸਨ, ਕਹਿੰਦੇ ਘੋੜਿਆਂ 'ਤੇ ਹਥਿਆਰਬੰਦ ਬੰਦੇ ਨਾਲ ਨਾਲ ਚੱਲੋ ਕਾਫਲੇ ਦੇ, ਤਾਂ ਜੋ ਰਾਹ ਦੇ ਵਿੱਚ ਕੋਈ ਦੰਗੇ ਨਾ ਹੋ ਜਾਣ। ਉਹ ਲਾਹੌਰ ਸਾਡਾ ਕੈਂਪ ਲੱਗਾ ਸੀ ਹਿੰਦੂ ਮਿਲਟਰੀ ਦਾ, ਉਸ ਕੈਂਪ 'ਚ ਸਾਨੂੰ ਸਹੀ ਸਲਾਮਤ ਛੱਡ ਗਏ। ਕਹਿੰਦੇ ਲਓ ਜੀ ਅੱਗੇ ਹੁਣ ਤੁਹਾਡੀ ਕਿਸਮਤ ਹੈ। ਕਈ ਦਿਨ ਸਾਨੂੰ ਮਗਰੋਂ ਰਾਸ਼ਨ ਪਾਣੀ ਵੀ ਪਹੁੰਚਾਉਂਦੇ ਰਹੇ। ਫਿਰ ਉਹ ਕਹਿੰਦੇ ਦੇਖੋ ਜੀ ਤੁਹਾਡੇ ਘਰਾਂ ਲੋਕਾਂ ਨੇ ਲਾਤੀ ਅੱਗ, ਸਭ ਕੁਝ ਲੁੱਟ ਪੁੱਟ ਕੇ ਲੈ ਗਏ ਨੇ, ਅਸੀਂ ਹੁਣ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਤੁਸੀਂ ਜਾਣੋ ਅਤੇ ਹੁਣ ਅੱਲਾ ਜਾਣੋ। ਸੋ ਮੇਰੇ ਕਹਿਣ ਦਾ ਭਾਵ ਹੈ ਵੀ ਦੇਖਦੇ ਸਭ ਕੁਝ ਖਤਮ ਹੋ ਗਿਆ।
ਕਹਿੰਦੇ ਹੇ ਇਨਸਾਨ, ਜਿਨ੍ਹਾਂ ਦਾ ਤੂੰ ਕਰਦਾ ਨਾ ਬਾਗ ਮਿਲਕ ਘਰ ਬਾਰ ਦਾ, ਇਹ ਤਾਂ ਕਹਿੰਦੇ ਕਿੱਥੇ, ਇਹ ਹੁਣ ਦੱਸਣੇ ਗਏ। ਤੰਬੂ ਪਲੰਗ ਨਿਵਾਰ ਸਰਾਏ 'ਚ ਲਾਲ ਤੇ, ਤੰਬੂ ਟੈਂਟ ਜਿਹਨੂੰ ਕਹਿੰਦੇ ਆਪਾਂ, ਪਲੰਗ ਨਿਵਾਰ, ਨਿਵਾਰੀ ਪਲੰਗ ਹੁੰਦੇ ਸਨ। ਇੱਕ ਤਾਂ ਆ ਮੁੰਜ ਦੇ ਹੁੰਦੇ ਸਿਰ, ਮੰਜੀਆਂ ਬੁਣੀਆਂ ਹੋਈਆਂ, ਉਹ ਚੁੱਭਦੀਆਂ ਸਨ। ਸਾਉਣ ਪੱਦ ਪਿੱਤ ਹੋ ਜਾਣੀ, ਮੈਂ ਬਿਸਤਰੇ ਨੇ ਵਿਛਾਉਣਾ, ਇੱਕ ਸਿਰਹਾਣਾ ਲੈ ਲੈਣਾ, ਛੱਤ 'ਤੇ ਮੰਜਾ ਲੈ ਜਾਣਾ, ਵੀ ਪਤਾ ਨਹੀਂ ਕਦੋਂ ਕਣੀ ਆ ਜਾਣ, ਫਿਰ ਇਹ ਕਿਹੜਾ ਬਿਸਤਰਾ ਗਿੱਲਾ ਹੋ ਜਾਊਗਾ, ਪਏ ਰਹਿਣਾ, ਕਣੀ ਵੀ ਹੋ ਸਕਦਾ ਹਟ ਜਾਣ। ਜੋ ਦੇਖੇ ਜੇ ਮਤ ਪਿੱਤ ਪੁੱਤ ਹੋ ਗਈ ਹੈ, ਉਹ ਮੰਜੇ ਨਾਲ ਹੀ ਖੁਰਕੀ ਜਾਣਾ। ਉਹ ਵਾਹਣ ਹੁੰਦਾ ਸੀ, ਬਹੁਤ ਚੰਗੇ ਖੁਰਕੇ ਜਾਣਾ। ਸੋ ਫਿਰ ਜਿਹੜਾ ਅਮੀਰਾਂ ਕੋਲੇ ਨਵਾਰ ਦੇ ਆ ਕੇ, ਨਵਾਰੀ ਪਲੰਗ ਆ ਗਏ, ਹੁਣ ਵੀ ਨਵਾਰ ਦੇ ਬਣਦੇ ਮੰਜੇ। ਤੰਬੂ ਪਲੰਗ ਨਿਵਾਰ ਸਰਾਏ 'ਚ ਹੁੰਦਾ ਕਨਾਤਾਂ, ਇੱਕ ਟੈਂਟ ਹੁੰਦਾ ਜਿਹੜਾ ਉੱਪਰ ਹੁੰਦਾ, ਸਾਈਡਾਂ 'ਤੇ ਜਿਹੜੀਆਂ ਲਾਈਆਂ ਹੁੰਦੀਆਂ ਉਹਨਾਂ ਨੂੰ ਕਹਿੰਦੇ ਕਨਾਤਾਂ। ਲਾਲ 'ਤੇ ਹੁੰਦੇ ਬੜੀਆਂ ਕੀਮਤੀ। ਤੰਬੂ ਪਲੰਗ ਨਿਵਾਰੀ ਪਲੰਗ ਕਹਿੰਦੇ ਕੀਮਤੀ ਕਨਾਤਾਂ, ਉਹ ਕਿਤੇ ਕਿੱਥੇ ਗਏ, ਖਤਮ ਹੋ ਗਏ। ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਸੱਚ ਦਾਤਾਰ ਸਦਾ ਰਹਿਣ ਵਾਲਾ, ਜਿਹੜਾ ਦਾਤਾਰ ਪਰਮਾਤਮਾ ਹੈ ਉਹ ਸਦਾ ਰਹਿਣ ਵਾਲਾ ਹੈ, ਅਤੇ ਉਹਨੂੰ ਪਹਿਚਾਣਨਾ ਜੇ ਸ਼ਨਾਖਤ ਕੁਦਰਤੀ, ਕੁਦਰਤ ਦੇ ਵਿੱਚ ਉਸ ਨੂੰ ਪਹਿਚਾਣਿਆ ਜਾ ਸਕਦਾ ਹੈ। ਤਾਂ ਕਿ ਕੁਦਰਤ ਦਿਸੈ ਕੁਦਰਤ ਸੁਣੀ, ਪਰਮਾਤਮਾ ਆਪਣੀ ਕੁਦਰਤ ਦੇ ਵਿੱਚ ਵਸਦਾ ਹੈ। ਜਿਵੇਂ ਇੱਕ ਵਾਰੀ ਇੱਕ ਮਹਾਤਮਾ ਸਾਹਮਣੇ ਇੱਕ ਬਹੁਤ ਸੁੰਦਰ ਲੜਕੀ ਬੈਠੀ ਹੈ। ਮਹਾਤਮਾ ਵੀ ਜਿਹੜੇ ਨੌਜਵਾਨ ਸਨ, ਉਹ ਟਿਕੀ ਲਾ ਕੇ ਕਿੰਨੀ ਦੇਰ ਵੇਖੀ ਗਏ ਲੜਕੀ ਵੱਲ। ਮਾਂ ਪਿਓ ਨੇ ਸੋਚਿਆ ਵੀ ਸਾਡੀ ਲੜਕੀ ਇਹਨਾਂ ਨੂੰ ਪਸੰਦ ਆ ਗਈ ਹੈ। ਬਾਅਦ 'ਚ ਕਹਿੰਦੇ ਵੀ ਮਹਾਰਾਜ ਜੀ, ਜੇ ਸਾਡੀ ਲੜਕੀ ਤੁਹਾਨੂੰ ਪਸੰਦ ਹੈ, ਅਸੀਂ ਆਪਣੀ ਲੜਕੀ ਦੀ ਸ਼ਾਦੀ ਤੁਹਾਡੇ ਨਾਲ ਕਰ ਸਕਦੇ ਹਾਂ। ਉਹ ਕਹਿੰਦੇ ਨਹੀਂ ਭਗਤੋ, ਮੈਂ ਦੇਖਿਆ ਇਹਦੇ ਰਾਹੀਂ ਮੈਂ ਪਰਮਾਤਮਾ ਤੱਕ ਚਲਿਆ ਗਿਆ ਕਿ ਜਿਸ ਦੀ ਬਣਾਈ ਹੋਈ ਚੀਜ਼ ਇਤਨੀ ਸੁੰਦਰ ਹੈ, ਉਹ ਬਣਾਉਣ ਵਾਲਾ ਕਿੰਨਾ ਸੁੰਦਰ ਹੋਏਗਾ। ਬਸ ਮੇਰਾ ਧਿਆਨ ਉੱਧਰ ਚਲਿਆ ਗਿਆ ਅਤੇ ਤੁਹਾਨੂੰ ਲੱਗਿਆ ਸਾਡੀ ਲੜਕੀ ਵੱਲ ਵੇਖੀ ਜਾਂਦੀ। ਕਹੇ ਤੁਹਾਡੀ ਲੜਕੀ ਵੱਲ ਜਦ ਮੈਂ ਦੇਖਿਆ ਨਾ, ਮੈਂ ਕਿਹਾ ਵੀ ਜਿਸ ਪਰਮਾਤਮਾ ਨੇ ਇੰਨੀ ਸੁੰਦਰ ਲੜਕੀ ਬਣਾਈ ਹੈ, ਉਹ ਆਪ ਕਿਤਨਾ ਸੁੰਦਰ ਹੋਵੇਗਾ। ਸੋ ਪਰਮਾਤਮਾ ਆਪਣੀ ਬਣਾਈ ਹੋਈ ਕੁਦਰਤ ਦੇ ਵਿੱਚ ਹੀ ਬੈਠਾ, ਉਹਦੇ ਵਿੱਚ ਉਸ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ, ਉਹਨੂੰ ਪਹਿਚਾਣਿਆ ਜਾ ਸਕਦਾ ਹੈ। ਸ਼ਲੋਕ ਮਹਿਲਾ ਪਹਿਲਾ। ਨਦੀਆਂ ਹੋਵੇਂ ਧੇਣਵਾਂ, ਧੇਨੂ ਹਿੰਦੀ ਦਾ ਸ਼ਬਦ ਹੈ ਗਊ, ਗਊ ਨੂੰ ਹਿੰਦੀ ਕਹਿੰਦੇ ਧੇਨੂ, ਤਾਂ ਦਿਨ ਲਾ ਨੰਨੇ ਨੂੰ ਔਂਕੜ, ਉਸ ਤੋਂ ਬਣਾਇਆ ਬਹੁਵਚਨ ਧੇਨਵਾਂ। ਨਦੀਆਂ ਹੋਵੇਂ ਧੇਣਵਾਂ, ਸੁੰਮ ਹੋਵੇਂ ਦੁੱਧ ਘਿਓ। ਸੁੰਮ ਹੁੰਦਾ ਚਸ਼ਮੇ। ਤੁਸੀਂ ਕਈ ਵਾਰੀ ਧਰਤੀ ਪਹਾੜਾਂ 'ਚ ਪਾਣੀ ਉੱਪਰ ਦੇਖਿਆ ਹੋਣਾ, ਜਾਣਦੇ ਹੋ। ਆਪਾਂ ਹੁਣ ਕੁਦਰਤੀ ਫੁਹਾਰੇ ਬਣਾ ਲੈਂਦੇ ਹਾਂ। ਚਲੋ ਸਾਡੇ ਕੁਦਰਤੀ ਚਸ਼ਮੇ ਤਾਂ ਹੈ ਨਹੀਂ, ਜੇ ਪਾਰਕ ਹੈ ਅਸੀਂ ਬਣਾ ਲਿਆ ਹੈ। ਮੇਰੀ ਇੱਛਾ ਸੀ ਇਹ 'ਚ 2 ਚਸ਼ਮੇ ਲਾ ਦਈਏ, ਫੁਹਾਰੇ ਲਾ ਦਈਏ, ਵੀ ਰਾਤ ਨੂੰ ਲਾਈਟਾਂ ਛੱਡ ਦਿਆ ਕਰਾਂਗੇ। ਚਲੋ ਜਿਹੜੇ ਸੈਰ ਕਰਦੇ ਉਹ ਸੋਹਣੇ ਲੱਗਣਗੇ, ਜਾ ਜੋ ਵੇਖੀ ਜਾਣਗੇ। ਸੋ ਇਹ ਕੁਦਰਤੀ ਸੁੰਮ ਤਾਂ ਹੈ ਨਹੀਂ, ਆਪਾਂ ਜਿਹੜੇ ਫਿਰ ਫੁਹਾਰੇ ਬਣਾ ਲੈਂਦੇ ਹਾਂ, ਅਸਲ ਉਹ ਸੋਮੇ ਹੀ ਹੁੰਦੇ, ਹੇਠੋਂ ਪਾਣੀ ਉੱਪਰ ਨੂੰ ਜਾ ਰਿਹਾ। ਸੋ ਸੁੰਮ ਮੈਨੇ ਸੋਮੇ ਚਸ਼ਮੇ। ਨਦੀਆਂ ਹੋਵੇਂ ਧੇਨਵਾਂ, ਸੁੰਮ ਹੋਵੇਂ ਦੁੱਧ ਘਿਓ। ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੂਪਾ ਹੋਵੇ, ਹੀਰੇ ਲਾਲ ਜੜਾਓ। ਭੀ ਤੂੰ ਹੈ ਸਾਲਾਹਣ, ਆਖਣ ਲਹਿ ਨ ਚਾਓ। ਕਹਿੰਦੇ ਹੇ ਪਰਮਾਤਮਾ, ਗੁਰੂ ਨਾਨਕ ਦੇਵ ਜੀ ਕਹਿੰਦੇ ਸਾਡੇ ਵੱਲੋਂ ਹੀ ਕਹਿ ਰਹੇ ਨੇ, ਆਪਣਾ ਨਾਮ ਵਰਦੇ ਕਹਿ ਤੇ ਸਾਰੀ ਬਾਣੀ ਹੈ ਤੇ ਸਾਡੇ ਲਈ ਹੀ। ਜੋ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਕਰੋ। ਕਈ ਵਾਰੀ ਉਹ ਕਹਿੰਦੇ ਮੈਂ ਇਸ ਤਰ੍ਹਾਂ ਕਰਦਾ ਹਾਂ,
ਵੀ ਇਹ ਨਹੀਂ ਤੇ ਕਹਿੰਦੇ ਮੈਨੂੰ ਕਹਿੰਦੇ ਨੇ ਉੱਠਿਆ ਕਰੋ। ਉਹਦਾ ਹੁੰਦਾ ਸਾਡੇ ਲਈ ਹੀ, ਉਹ ਹੁੰਦਾ ਸਾਡੇ ਲਈ ਹੀ ਹੈ। ਉਹ ਕਹਿ ਆਪਣੇ ਵੱਲੋਂ ਰਹੇ ਹੁੰਦੇ। ਕਹਿੰਦੇ ਨਦੀਆਂ ਹੋਵੇਂ ਤੀਣਵਾਂ, ਜੇ ਸਾਰੀਆਂ ਨਦੀਆਂ ਗਊਆਂ ਹੋ ਜਾਣ ਦੁੱਧ ਦੇਣ ਵਾਲੀਆਂ, ਸੁੰਮ ਹੋਵੇਂ ਦੁੱਧ ਘਿਓ, ਅਤੇ ਜਿੰਨੇ ਚਸ਼ਮੇ ਹਨ ਉਹ ਦੁੱਧ ਅਤੇ ਘਿਓ ਦੇ ਹੋ ਜਾਣ। ਭਾਵ ਉਹਨਾਂ ਦੇ ਵਿੱਚੋਂ ਦੁੱਧ ਅਤੇ ਘਿਓ ਨਿਕਲੇ। ਸਗਲੀ ਧਰਤੀ ਸ਼ੱਕਰ ਹੋਵੇ, ਜੇ ਸਾਰੀ ਧਰਤੀ ਸ਼ੱਕਰ ਹੋ ਜਾਏ। ਖੁਸ਼ੀ ਕਰੇ ਨਿਤ ਜੀਓ, ਅਤੇ ਹਮੇਸ਼ਾ ਮਨ ਖੁਸ਼ ਰਹੇ ਵੀ ਆਹ ਮੇਰੇ ਕੋਲ ਕਿੰਨਾ ਕੁਛ ਹੈ। ਪਰਬਤ ਸੋਇਨਾ ਰੂਪਾ ਹੋਵੇ, ਰੂਪਾ ਚਾਂਦੀ ਨੂੰ ਕਹਿੰਦੇ ਨੇ। ਪਹਿਲਾਂ ਚਾਂਦੀ ਦੇ ਰੁਪਈਏ ਹੁੰਦੇ ਸੀ, ਇਸ ਲਈ ਉਹਦਾ ਨਾਂ ਰੁਪਈਆ ਪੈ ਗਿਆ। ਰੂਪਾ ਉਹ ਚਾਂਦੀ ਹੁੰਦੀ ਹੈ, ਚਾਂਦੀ ਦਾ ਸਿੱਕਾ ਹੁੰਦਾ ਸੀ ਪਹਿਲਾਂ। ਫਿਰ ਚਾਂਦੀ ਥੋੜ੍ਹੀ ਸੀ ਸਾਡੇ ਦੇਸ਼ 'ਚ, ਫਿਰ ਹੌਲੀ ਹੌਲੀ ਤਾਂਬੇ ਦੇ ਹੋਰ ਚੀਜ਼ਾਂ ਦੇ ਬਣਨੇ ਸ਼ੁਰੂ ਹੋ ਗਏ। ਫਿਰ ਤਾਂਬਾ ਵੀ ਸਾਡੇ ਦੇਸ਼ 'ਚ ਘੱਟ ਸੀ। ਬਿਜਲੀ ਦੀਆਂ ਤਾਰਾਂ ਪਹਿਲਾਂ ਤਾਂਬੇ ਦੀਆਂ ਹੁੰਦੀਆਂ ਸਾਰੀਆਂ, ਫਿਰ ਹੁਣ ਉਹ ਵਿੱਚ ਥੋੜ੍ਹਾ ਤਾਂਬਾ ਪਾਇਆ ਹੁੰਦਾ, ਉੱਤੇ ਦੂਜਾ ਹੋਰ ਕੁਛ ਹੁੰਦਾ। ਉਹਦੀ ਵੀ ਕਮੀ ਸੀ। ਜਿਉਂ ਜਿਉਂ ਦੇਸ਼ 'ਚ ਤਰੱਕੀ ਹੁੰਦੀ ਗਈ, ਸਾਡੇ ਕੋਲ ਹੁਣ ਦੇਖੋ ਜੋ ਖਣਿਜ ਪਦਾਰਥ ਨੇ ਉਹ ਤਾਂ ਉਹ ਨਹੀਂ ਰਹਿਣੇ ਨੇ, ਉਹਨਾਂ ਨੂੰ ਵਧਾਇਆ ਜਾ ਸਕਦਾ। ਦੂਜੇ ਦੇਸ਼ ਤੋਂ ਮੰਗਵਾਉਣੇ ਸਾਨੂੰ ਮਹਿੰਗਾ ਪੈਂਦਾ ਸੀ। ਇਸ ਲਈ ਫਿਰ ਜਿਹੜੇ ਪਹਿਲਾਂ ਚਾਂਦੀ ਦੇ ਸਿੱਕੇ ਹੁੰਦੇ ਸੀ, ਹੌਲੀ ਹੌਲੀ ਉਹ ਤਾਂਬੇ ਦੇ ਹੋ ਗਏ। ਜਿਹੜੇ ਬਹੁਤ ਪੁਰਾਣੇ ਬੰਦੇ ਮੇਰੀ ਉਮਰ ਦੇ ਬੈਠੇ ਨੇ, ਪਹਿਲਾਂ ਡਬਲ ਹੀ ਪੈਸਾ ਹੁੰਦਾ ਸੀ, ਵੱਡਾ ਸਾਰਾ ਹੁੰਦਾ ਸੀ। ਫਿਰ ਤਾਂਬਾ ਗਿਆ ਘੱਟ, ਫਿਰ ਉਹਦੇ 'ਚ ਮੋਰੀ ਕਰਨ ਲੱਗ ਪਏ। ਹਾਂ, ਫਿਰ ਮੋਰੀ ਵਾਲਾ ਪੈਸਾ ਚੱਲਿਆ। ਫਿਰ ਤਾਂਬਾ ਹੋਰ ਵੀ ਘੱਟ ਗਿਆ, ਫਿਰ ਐਲੂਮੀਨੀਅਮ ਦੇ ਚੱਲ ਪਏ। ਹੁਣ ਵੀ ਦੇਖਿਆ ਇਹਨਾਂ ਨੂੰ ਐਡਾ ਵੱਡਾ ਰੁਪਈਆ ਬਣਾਉਣ ਦੀ ਕੀ ਲੋੜ ਹੈ। ਉਹ ਪਤਾ ਦੇ 54 ਕੁ ਰੁਪਈਆ, ਜਿਹੜਾ ਅੱਜ ਕੱਲ੍ਹ ਦਾ ਰੁਪਈਆ ਬਣਨਾ ਉਹ ਛੋਟਾ ਜਿਹਾ ਬਿਲਕੁਲ, ਉਹ 54 ਜਿੱਡਾ ਹੈ। ਅਤੇ ਕਈ ਵਾਰੀ ਜਿਹੜਾ ਗੁਲਜ਼ਾਰ ਗਿਣਦਾ ਕਹਿੰਦਾ ਬੜਾ ਵਕਤ ਹੈ ਜੀ, ਇਹ ਧਿਆਨ ਨੂੰ ਤਾਂ ਪੜ੍ਹਨ ਨੇ ਇੱਕ ਲਿਖਿਆ ਕਿ ਦੋ ਲਿਖਿਆ, ਛੋਟੇ ਛੋਟੇ ਹੋ ਗਏ। ਕਿਉਂ? ਮਟੀਰੀਅਲ ਘੱਟ ਹੈ। ਜੇ ਮਟੀਰੀਅਲ ਜ਼ਿਆਦਾ ਲਾਉਂਦੇ ਨੇ ਤਾਂ ਉਹ ਬਚਦਾ ਕੱਖ ਨਹੀਂ। ਜਦੋਂ ਕੁਝ ਸਿੱਕੇ ਐਲੂਮੀਨੀਅਮ ਦੇ ਬਣਾਉਂਦੇ ਸਨ, ਕੀ ਹੁੰਦਾ ਸੀ, ਲੋਕ ਸਿੱਕੇ ਇਕੱਠੇ ਕਰਕੇ ਨਾ ਜਿਹੜੇ ਭਾਂਡੇ ਬਣਾਉਂਦੇ ਸਨ ਫੈਕਟਰੀ ਵਾਲੇ, ਉਹਨਾਂ ਨੂੰ ਮਹਿੰਗੇ ਭਾਅ ਵੇਚ ਦਿਆ ਕਰਦੇ ਸੀ। 10 ਪੈਸੇ ਦਾ ਸਿੱਕੇ, ਜੇ ਜਿਹੜਾ ਉਹ 'ਚ ਸਮਾਨ ਲੱਗਾ ਸੀ ਮੈਟਰ, ਉਹ 15 ਪੈਸੇ ਦਾ ਹੁੰਦਾ ਸੀ। ਉਹਨਾਂ ਨੇ ਕੀ ਕਰਨਾ, ਉੱਥੇ ਫੈਕਟਰੀ ਵਾਲੇ ਵੇਚ ਦੇਣਾ। ਸਰਕਾਰ ਨੇ ਕਿਹਾ ਤਾਂ ਘੱਟ ਵਾਲੀ ਗੱਲ ਬਣ ਗਈ। ਸਰਕਾਰ ਨੇ ਐਸਾ ਮਟੀਰੀਅਲ ਲਾ ਦਿੱਤਾ ਜਿਹਦੀ ਕੀਮਤ ਹੀ 5 ਪੈਸੇ ਦੀ, ਹੁਣ ਕਿਵੇਂ ਤੂੰ ਵੇਚੇਂਗਾ? ਉੱਤੇ ਲਿਖਦਾ 10 ਪੈਸੇ। ਆਹ ਨੋਟ ਜਿਹੜੇ ਨੇ ਸਾਡੇ ਦੇਸ਼ 'ਚ, ਜਿਹੜਾ ਕਾਗਜ਼ ਹੀ ਨਹੀਂ ਹੈਗਾ ਨੋਟਾਂ ਵਾਲਾ। ਸਾਨੂੰ ਨੋਟਾਂ ਦਾ ਸਾਰਾ ਕਾਗਜ਼ ਬਾਹਰਲੇ ਦੇਸ਼ਾਂ ਤੋਂ ਖਰੀਦਣਾ ਪੈਂਦਾ। ਸਾਡੇ ਕੋਲ ਇੰਨਾ ਸੁਪੀਰੀਅਰ ਕਾਗਜ਼ ਹੀ ਨਹੀਂ ਹੈਗਾ। ਇਸ ਕਰਕੇ ਫਿਰ ਹੁਣ ਨੋਟ ਵੀ ਸਾਈਜ਼ 'ਚ ਛੋਟੇ ਕਰਤੇ ਨੇ ਵੀ ਕਾਗਜ਼ ਬਚਾ ਲਓ ਜਿਵੇਂ ਬਚਦਾ। ਸੋ ਕਹਿਣ ਦਾ ਕੀ ਭਾਵ ਹੈ, ਪਰਬਤ ਸੋਇਨਾ ਰੂਪਾ ਹੋਵੇ, ਜੇ ਸੋਨੇ ਚਾਂਦੀ ਦੇ ਪਹਾੜ ਵੀ ਹੋਵੇ ਕੋਲ, ਹੀਰੇ ਲਾਲ ਜੜਾਓ, ਅਤੇ ਹੀਰੇ ਲਾਲਾਂ ਨਾਲ ਉਹ ਜੜੇ ਹੋਏ ਹੋਣ। ਕਹਿੰਦੇ ਮੇਰੇ ਕੋਲ ਇੰਨਾ ਕੁਛ ਹੋਵੇ, ਭਾਵੇਂ ਪੀ ਤੂੰ ਹੈ ਸਾਲਾਹਣ, ਪਰ ਪਰ ਮੈਂ ਤਾਂ ਤੇਰੀ ਸਿਫਤ ਸਲਾਹ ਕਰੂੰ। ਮੈਂ ਤਾਂ ਤੈਨੂੰ ਹੀ ਸਲਾਹਾਂਗਾ, ਮੈਂ ਤਾਂ ਤੇਰਾ ਹੀ ਨਾਮ ਜਪਾਂਗਾ। ਆਖਣ ਲਹਿਰਾ ਚਾਹੋ, ਅਤੇ ਤੇਰਾ ਨਾਮ ਜਪ ਜਪ ਕੇ ਮੇਰਾ ਚਾਅ ਘਟਣਾ ਨਹੀਂ ਚਾਹੀਦਾ, ਚਾਅ ਵੱਧਦੇ ਜਾਣਾ ਚਾਹੀਦਾ ਹੈ। ਮਹਿਲਾ ਪਹਿਲਾ। ਭਾਰ 18। ਇਹ ਹਿੰਦੀ ਦਾ ਸ਼ਬਦ ਹੈ 18। ਇਹਨੂੰ 18 ਨਕਰਾ ਹੀ ਨਹੀਂ ਬੋਲਣਾ। 18 ਹਿੰਦੀ ਦਾ ਸ਼ਬਦ ਹੈ 11, 12, 13, 14, 15, 16, 17, 18, 19, 20। ਇਹ ਹਿੰਦੀ ਦੇ ਨੇ ਅਤੇ ਹਿੰਦੀ ਦੀ ਤਰ੍ਹਾਂ ਹੀ ਇਹਨਾਂ ਨੂੰ ਬੋਲਣਾ ਹੈ। ਭਾਰ 18 ਮੇਵਾ ਹੋਵੇ, ਗਰੁੜਾ ਹੋਏ ਸੁਆਉ, ਚੰਦ ਸੂਰਜ ਦੋਏ ਫਿਰਦੇ ਰੱਖੀਏ, ਨਿਸ਼ਚਲ ਹੋਵੇ ਥਾਂ, ਪੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਚਾਓ। ਭਾਰ 18
ਪੁਰਾਤਨ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਲਿਖਿਆ ਹੈ ਕਿ ਜਿੰਨੀ ਵੀ ਬਨਸਪਤੀ ਹੈ, ਜੇ ਹਰ ਇੱਕ ਦਰਖਤ ਦਾ ਇੱਕ ਇੱਕ ਪੱਤਾ, ਇੱਕ ਕਿੱਕਰ ਦਾ, ਇੱਕ ਟਾਹਲੀ ਦਾ, ਇੱਕ ਨਿੰਮ ਦਾ, ਇਸ ਤਰ੍ਹਾਂ ਇੱਕ ਪੱਤਾ ਇਕੱਠਾ ਕੀਤਾ ਜਾਵੇ। ਕਿੱਕਰ ਤਾਂ ਲੱਖਾਂ ਨੇ, ਪਰ ਪੱਤਾ ਇੱਕ ਹੀ ਲੈਣੇ ਕਿੱਕਰ ਦਾ। ਇਸ ਟਾਹਲੀਆਂ ਵਿੱਚ ਇੱਕੋ ਇੱਕ ਪੱਤਾ। ਇਹ ਤਾਂ ਜੇ ਉਹ ਸਾਰੇ ਦਰਖਤਾਂ ਦੇ ਪੱਤੇ ਇਕੱਠੇ ਕਰੀਏ, ਕਹਿੰਦੇ ਉਹਦੇ 18 ਭਾਰ ਬਣਦੇ ਹਨ। ਭਾਵ ਸਾਰੀ ਬਨਸਪਤੀ, ਸਾਰੇ ਦਰਖਤ, ਭਾਰ 18 ਮੇਵਾ ਹੋਵੇ। ਮੇਵਾ ਫਰੂਟ ਹੁੰਦਾ। ਜੇ ਸਾਰੀ ਬਨਸਪਤੀ ਮੇਵੇ ਬਣ ਜਾਏ, ਗਰੜਾ ਹੋਏ ਸੋ, ਗਰੜਾ ਹੁੰਦਾ ਨਰਮ। ਇੱਕ ਤਾਂ ਨਰਮ ਹੋਵੇ, ਇਹ ਨਹੀਂ ਵੀ ਮੇਰੇ ਵਾਲੇ ਦੰਦ ਨਹੀਂ ਕੰਮ ਕਰਦੇ, ਚਾਬੀ ਨਾ ਹੋਵੇ, ਨਹੀਂ, ਨਰਮ ਹੋਵੇ, ਸੁਆਦੀ ਹੋਵੇ। ਸਾਰੀ ਬਨਸਪਤੀ ਮੇਵੇ ਬਣ ਜਾਏ, ਨਰਮ ਹੋਵੇ, ਸੁਆਦੀ ਖਾਣ ਨੂੰ ਹੋਵੇ। ਚੰਦ ਸੂਰਜ ਦੋਏ ਫਿਰਦੇ ਰੱਖੀ। ਜਿਵੇਂ ਕਹਿੰਦੇ ਨੇ ਨਾ ਵੀ ਜਿਹੜਾ ਹੈ ਰਾਵਣ ਸੀ, ਉਹਦੀ ਰਸੋਈ ਸੂਰਜ ਤਿਆਰ ਕਰਿਆ ਕਰਦਾ ਸੀ। ਉਹ ਸੂਰਜ ਨੂੰ ਕਹਿੰਦਾ ਮੇਰੀ ਰੋਟੀਆਂ ਪਕਾ, ਮੇਰੀ ਦਾਲ ਸਬਜ਼ੀ ਬਣਾ। ਧਾਰਮਿਕ ਗ੍ਰੰਥਾਂ ਲਿਖਿਆ, ਉਂਝ ਅੱਲਾ ਜਾਣੇ। ਸੋ ਜੇ ਸੂਰਜ ਦੇ ਚੰਨ ਜਿਹੜੇ ਘੁੰਮ ਰਹੇ ਹਨ, ਜਿਸ ਨੂੰ ਰੋਕ ਵੀ ਲਈਏ, ਨਿਸ਼ਚਲ ਹੋਵੇ ਥਾਂ ਤੇ ਸਦਾ ਰਹਿਣ ਲਈ ਥਾਂ ਵੀ ਮੈਨੂੰ ਮਿਲ ਜਾਵੇ। ਵੀ ਤੂੰ ਹੈ ਸਲਾਹਣਾ, ਫਿਰ ਵੀ ਮੇਰੇ 'ਚ ਹੰਕਾਰ ਨਹੀਂ ਆਏਗਾ ਪਰਮਾਤਮਾ, ਮੈਂ ਫਿਰ ਵੀ ਤੇਰੀ ਸਿਫਤ ਸਲਾਹ ਕਰਾਂਗਾ। ਆਖਣ ਲਹਿਰਾ ਚਾਓ, ਅਤੇ ਤੇਰੀ ਸਿਫਤ ਸਲਾਹ ਕਰ ਕਰਕੇ ਮੇਰਾ ਚਾਅ ਖਤਮ ਨਹੀਂ ਹੋਵੇਗਾ। ਮਹਿਲਾ ਪਹਿਲਾ। ਜੇ ਦੇਹ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹੋ। ਇਹਨੂੰ ਰਾਹੋ ਪੜ੍ਹ, ਰਾਹ ਨਹੀਂ ਪੜ੍ਹਨਾ। ਰਾਹੂ ਅਤੇ ਕੇਤੂ ਦੋ ਗ੍ਰਹਿ ਨੇ ਹਿੰਦੂ ਧਰਮ ਅਨੁਸਾਰ। ਕਹੇ ਚ ਰਾਹੂ ਅਤੇ ਕੇਤੂ ਦਾ ਅਸਰ। ਉਹ ਕਹਿੰਦੇ ਜਦੋਂ ਗ੍ਰਹਿਣ ਲੱਗਦਾ ਨਾ, ਰਾਹੂ ਅਤੇ ਕੇਤੂ ਕਹਿੰਦੇ ਚੰਬੜ ਜਾਂਦੇ ਨੇ ਸੂਰਜ ਨੂੰ, ਫਿਰ ਉਹਨੂੰ ਗ੍ਰਹਿਣ ਲੱਗਦਾ। ਗ੍ਰਹਿ ਹੁੰਦੇ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ। ਪੰਚਮ ਪਾਤਸ਼ਾਹ ਕਹਿੰਦੇ ਵੀ ਜੇ ਕਿਸੇ 'ਤੇ ਗ੍ਰਹਿ ਹੋਣ ਵੀ, ਤਾਂ ਗੁਰੂ ਆਪਣੇ ਨਾਮ ਦੀ ਦਾਤ ਦੇ ਕੇ ਉਹ ਗ੍ਰਹਿ ਖਤਮ ਕਰ ਦਿੰਦੇ। ਮੇਰੇ ਕੋਲ ਆਉਂਦੇ ਨੇ ਬਹੁਤ ਜੀ, ਇਹ ਪੰਡਤ ਕਹੇ 'ਚ ਸ਼ਨੀ ਗ੍ਰਹਿ ਜੀ, ਇਸ 'ਤੇ ਫਲਾਣਾ ਗ੍ਰਹਿ ਜੀ, ਇਹ ਮੰਗਲੀਕ ਹੈ ਜੀ, ਇਹ ਫਲਾਣਾ ਹੈ। ਪਹਿਲਾਂ ਮੈਂ ਹੁਕਮ ਲੈ ਗੁਰੂ ਮਹਾਰਾਜ ਪੁੱਛਦਾ ਕਿ ਵਾਕਈ ਮੰਗਲੀਕ ਹੈ? ਅੱਜ ਹਾਂ। ਫਿਰ ਉਹਨੂੰ ਪਾੜ ਦਿੰਦਾ ਵੀ ਆਹ ਪਾਠ ਕਰੋ 40 ਦਿਨ, ਉਸ ਨੂੰ ਪਾਣੀ ਜਲ ਛਕਾਓ, ਇਹਦਾ ਅਸਰ ਖਤਮ ਹੋਵੇ। 40 ਦਿਨਾਂ ਬਾਅਦ ਫਿਰ ਗੁਰੂ ਮਹਾਰਾਜ ਪੁੱਛਦਾ, ਉਹ ਕਹਿੰਦੇ ਖਤਮ ਹੋ ਗਿਆ, ਚਲੋ ਨਿਬੜਿਆ ਕੰਮ, ਪਰ ਤੁਹਾਡਾ ਗ੍ਰਹਿ ਖਤਮ ਹੋ ਗਿਆ। ਨਹੀਂ ਤੇ ਇੱਕ ਚਲੀਆ ਹੋਰ ਕਰ ਲਓ। ਇਹ ਨਾਮ ਬਾਣੀ ਹੈ। ਪੁਰਾਣੇ ਸਿੱਖ ਕਿਉਂ ਨਹੀਂ ਸੀ ਗ੍ਰਹਿ ਨੂੰ ਮੰਨਦੇ? ਅੱਜ ਦਾ ਸਿੱਖ ਪੜਦਾ ਕੋਲ ਤੁਰਿਆ ਫਿਰਦਾ ਹੈ। ਮੈਂ ਬਹੁਤ ਸਾਰੇ ਸਿੱਖ ਜਾਣਦੇ ਜੇ ਪੜਦਾ ਕੋਲ ਜਾਂਦੇ ਨੇ। ਪੁਰਾਣੇ ਸਿੱਖ ਕਿਉਂ ਨਹੀਂ ਸੀ ਜਾਂਦੇ? ਪੁਰਾਣੇ ਸਿੱਖ ਸਾਰੇ ਹੀ ਨਾਮ ਜਪਣ ਵਾਲੇ ਸਨ, ਅਤੇ ਜਦ ਤੁਸੀਂ ਨਾਮ ਜਪੇ ਤੁਹਾਡੇ ਗ੍ਰਹਿ ਰਹਿ ਹੀ ਨਹੀਂ ਸਕਦਾ। ਗ੍ਰਹਿ ਤਾਂ 40 ਦਿਨਾਂ 'ਚ ਖਤਮ ਹੋ ਜਾਂਦਾ। ਤੁਹਾਨੂੰ ਪਤਾ ਨਹੀਂ ਕਿੰਨੀ ਦੇਰ ਹੋ ਗਈ ਬਾਣੀ ਪੜ੍ਹਦੇ ਹੋਏ, ਤੁਹਾਡੇ ਕਿਹੜਾ ਗ੍ਰਹਿ ਰਹਿ ਜਾਏਗਾ? ਬਾਣੀ ਪੜ੍ਹਨ ਵਾਲਾ ਵੀ ਅਜੇ ਹੁਣ ਪੰਡਿਤ ਕੋਲੇ ਜਾਵੇ, ਭਲਿਆ ਮਨ ਤੇਰੇ 'ਤੇ ਕਿਹੜਾ ਗ੍ਰਹਿ ਰਹਿ ਗਿਆ? ਤੈਨੂੰ ਤਾਂ ਕਿੰਨੇ ਸਾਲ ਬਾਣੀ ਪੜ੍ਹਦੇ ਹੋ ਗਏ, ਤੂੰ ਕਿਉਂ ਭਟਕੀ ਜਾਂਦਾ ਵੇ? ਫਿਰ ਉਹਨੇ ਕੀ ਦੱਸਿਆ? ਹੁਣ ਗ੍ਰਹਿ ਦੱਸੋ ਤਾਂ ਹੱਲ ਵੀ ਪੁੱਛਣਾ ਸੀ। ਕਹੇ ਜੀ ਉਹ ਹੱਲ ਮਹਿੰਗਾ ਹੈ ਜੀ, ਤੁਸੀਂ ਦੱਸ ਦਿਓ। ਮੈਂ ਤਾਂ ਪਹਿਲੇ ਮੇਰੇ ਕੋਲ ਆ ਜਾਂਦਾ ਸੀ। ਸੋ ਗੁਰੂ ਮਹਾਰਾਜ ਕਹਿੰਦੇ ਜੇ ਦੇਹ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹੋ। ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਏ, ਇਵੇਂ ਜਪੈ ਭਾਉ। ਵੀ ਤੂੰ ਹੈ ਸਾਲਹਣ, ਆਖਣ ਲਹਿ ਨ ਚਾਓ। ਜੇ ਦੇਹ ਦੁੱਖ ਲਾਈਏ, ਜੇ ਜਿਹੜੇ ਦੋ ਗ੍ਰਹਿ ਨੇ ਨਾ, ਰਾਹੂ ਅਤੇ ਕੇਤੂ, ਜੇ ਇਹਨਾਂ ਗ੍ਰਹਿਆਂ ਕਾਰਨ ਸਰੀਰ ਨੂੰ ਕੋਈ ਦੁੱਖ ਲੱਗ ਜਾਵੇ, ਕੋਈ ਪਾਪ ਕਰਮ ਆਪਾਂ ਕੀਤਾ ਹੋਵੇ ਤਾਂ ਵੀ ਸਰੀਰ ਦੁਖੀ ਹੋ ਜਾਵੇ,
ਰਤ ਪੀਨੇ ਰਾਜੇ ਸਿਰੇ ਉੱਪਰ ਰੱਖੀ। ਲੋਕਾਂ ਦਾ ਖੂਨ ਚੂਸਣ ਵਾਲੇ ਭਾਵ ਜ਼ਾਲਮ ਰਾਜੇ ਜੇ ਕਹਿੰਦੇ ਸਿਰ 'ਤੇ ਹੋਣ, ਰਾਜੇ ਜ਼ਾਲਮ ਹੋ ਜਾਣ, ਲੋਕਾਂ ਦਾ ਖੂਨ ਪੀਣ ਵਾਲੇ ਹੋ ਜਾਣ। ਈਵੇਂ ਜੈਪੈ ਭਉ, ਜੇ ਇਸ ਤਰ੍ਹਾਂ ਦਾ ਮਹਿਸੂਸ ਹੋਵੇ ਫਿਰ ਕੀ ਕਰਨਾ ਕਿ ਵੀ ਤੂੰ ਹੈ ਸਲਾਹਣ, ਮੈਂ ਤਾਂ ਫਿਰ ਵੀ ਤੇਰੀ ਸਿਫਤ ਸਲਾਹ ਕਰਾਂਗਾ। ਮੈਨੂੰ ਨਾ ਗ੍ਰਹਿਆਂ ਦੀ ਅਤੇ ਰਾਜ ਦਾ ਕੋਈ ਡਰ ਨਹੀਂ ਹੈ। ਮੈਨੂੰ ਇਹਨਾਂ ਦਾ ਨਹੀਂ ਡਰ ਹੈ ਕਿ ਮੇਰੇ 'ਤੇ ਗ੍ਰਹਿ ਨੇ ਜਾਂ ਰਾਜਾ ਬੜਾ ਜ਼ਾਲਮ ਹੈ ਜੀ, ਮੈਂ ਇਹਨਾਂ ਤੋਂ ਡਰ ਕੇ ਰਹਾਂ ਨਾ। ਕਹਿੰਦਾ ਮੈਂ ਤਾਂ ਤੇਰੀ ਸਿਫਤ ਸਲਾਹ ਕਰਨੀ ਅਤੇ ਕਰਦੇ ਹੀ ਰਹਿਣਾ ਤਾਂ ਜੋ ਮੇਰਾ ਚਾਅ ਨਾ ਖਤਮ ਹੋ ਜਾਏ। ਮਹਿਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ। ਪਾਲਾ ਲੱਲੇ ਦੇ ਪੈਰ 'ਚ ਬਿੰਦੀ, ਨੀਤੋ ਜੀ ਕਾ ਪਾਲਾ, ਕਈ ਦਾ ਨਾਂ ਰੱਖਿਆ ਦਾ ਪਾਲਾ ਸਿੰਘ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ। ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਮਣ, ਨਾਨਕ ਸਭੋ ਜਾਓ। ਭੀ ਤੂੰ ਹੈ ਸਾਲਾਹਣ, ਆਖਣ ਲਹਿ ਨਾ ਜਾਓ। ਜੇ ਕਹਿੰਦੇ ਅੱਗ ਦੇ ਠੰਡ ਦੇ ਮੇਰੇ ਕੱਪੜੇ ਹੋਣ, ਭਾਵ ਕੱਪੜਿਆਂ ਦੀ ਥਾਂ 'ਤੇ ਮੈਂ ਗਰਮੀ ਸਰਦੀ ਨੂੰ ਸਹਿਣ ਕਰਾਂ। ਜੇ ਕਹਿੰਦੇ ਅੱਗ ਦੇ ਅਤੇ ਠੰਡ ਦੇ ਕੱਪੜੇ ਹੋਣ, ਖਾਣਾ ਹੋਵੇ ਵਾਓ, ਵਾਓ ਦੀ ਹਵਾ ਅਤੇ ਹਵਾ ਮੇਰਾ ਭੋਜਨ ਹੋਵੇ। ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਣ, ਮੇਰੇ ਕੋਲ ਸਵਰਗ ਦੀਆਂ ਬਹੁਤ ਸੋਹਣੀਆਂ ਮਨ ਨੂੰ ਮੋਹ ਲੈਣ ਵਾਲੀਆਂ ਔਰਤਾਂ ਹੋਣ, ਵੀ ਇੰਨਾ ਕੁਛ ਹੋਵੇ। ਨਾਨਕ ਸਭ ਹੋ ਜਾਓ, ਪਰ ਇਹਨਾਂ ਸਾਰਿਆਂ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਵੀ ਤੂੰ ਹੈ ਸਲਾਹਣ, ਕਹਿੰਦਾ ਮੈਂ ਤਾਂ ਤੈਨੂੰ ਹੀ ਸਲਾਹੁਣਾ। ਆਖਣ ਲਹਿ ਨਾ ਚਾਹੋ, ਤੇਰੀ ਸਿਫਤ ਸਲਾਹ ਕਰਦਿਆਂ ਕਰਦੇ ਮੇਰਾ ਚਾਅ ਖਤਮ ਨਹੀਂ ਹੁੰਦਾ। ਪਵੜੀ ਬਦ ਫੈਲੀ ਗੈਬਾਨਾ, ਖਸਮ ਨਾ ਜਾਣੀ। ਸੋ ਕਹੀਏ ਦੇਵਾਨਾ, ਆਪ ਨਾ ਪਛਾਣੀ। ਕਲਹ ਬੁਰੀ ਸੰਸਾਰ, ਵਾਦੇ ਖਪੀਏ। ਵਿਨ ਨਾਮੇ ਬੇਕਾਰ, ਭਰਮੇ ਪਚੀਏ। ਰਾਹ ਧੂਵੇਂ ਇੱਕ ਜਾਣੇ, ਸੋਈ ਸਿਜਸੀ। ਕੁਫਰ ਗੋ ਕੁਫਰਾਣੇ, ਪਿਆ ਦਜਸੀ। ਸਭ ਦੁਨੀਆ ਸੁਭਾਨ। ਜਦੋਂ ਬੱਬਾ ਅਤੇ ਹਾਹਾ ਇਕੱਠੇ ਹੁੰਦੇ ਨੇ, ਭੱਬਾ ਦੀ ਆਵਾਜ਼ ਬਣ ਜਾਂਦੀ ਸੁਭਾਨ। ਇਹਨੂੰ ਸੁਭਾਨ ਨਹੀਂ ਪੜ੍ਹਨਾ, ਇਹ ਦੋ ਸ਼ਬਦ ਹੋ ਜਾਣਗੇ। ਇਹ ਸੁਭਾਨ ਨਹੀਂ ਪੜ੍ਹਨਾ, ਦੇਖਣ ਦਾ ਲਿਖਿਆ ਤਾਂ ਸੁਭਾਨ ਹੈ, ਪੰਜਾਬੀ ਦੇ ਨਹੀਂ ਹੈ। ਬੱਬਾ ਅਤੇ ਜਿਹੜਾ ਹਾਹਾ ਜਦ ਦੋਨੋਂ ਇਕੱਠੇ ਆਉਂਦੇ ਨੇ, ਉਹ ਭੱਬੇ ਦੀ ਆਵਾਜ਼ ਦਿੰਦੇ ਨੇ ਸੁਭਾਨ। ਕਿ ਜੇ ਕਿ ਸੁਭਾਨ ਅੱਲਾ, ਸੁਭਾਨ ਸੁੰਦਰ ਨੂੰ ਕਹਿੰਦੇ, ਹੇ ਅੱਲਾ ਤੂੰ ਬੜਾ ਸੁੰਦਰ ਹੈ, ਸੁਭਾਨ ਅੱਲਾ। ਮੁਸਲਮਾਨ ਕਹਿੰਦੇ, ਫਾਰਸੀ ਦਾ ਸ਼ਬਦ ਹੈ ਨਾ ਸੁਭਾਨ। ਸਭ ਦੁਨੀਆ ਸੁਭਾਨ, ਸੱਚ ਸਮਾਈਏ। ਸਿੱਝੈ ਦਰ ਦੀਵਾਨ, ਆਪ ਗਵਾਈਏ। ਗੁਰੂ ਮਹਾਰਾਜ ਕਹਿੰਦੇ ਬਦ ਫੈਲੀ ਗੈਬਾਨਾ। ਉਂਝ ਗੈਬਾਨਾ ਭੂਤ ਪ੍ਰੇਤ ਨੂੰ ਕਹਿੰਦੇ, ਆਪਾਂ ਦਿਸਦੇ ਨਹੀਂ ਨਾ ਭੂਤ ਪ੍ਰੇਤ। ਮਨੁੱਖ ਬਦਫੈਲੀ ਕਰਦਾ, ਮਾੜੇ ਕੰਮ ਕਰਦਾ, ਲੁਕ ਛਿਪ ਕੇ। ਗੈਬਾਨਾ ਦੂਜੇ ਤੋਂ ਛੁਪਾ ਕੇ। ਖਸਮ ਨਾ ਜਾਣੇ, ਰੱਬ ਨੂੰ ਨਹੀਂ ਜਾਣਦਾ ਕਿ ਮੈਨੂੰ ਵੇਖ ਰਿਹਾ। ਰੱਬ ਨੂੰ ਨਹੀਂ ਜਾਣਦਾ ਕਿ ਜੋ ਮੈਂ ਲੋਕਾਂ ਤੋਂ ਛੁਪਾ ਕੇ ਕਰ ਰਿਹਾ ਮਾੜੇ ਕੰਮ, ਇਹ ਰੱਬ ਵੇਖ ਰਿਹਾ ਹੈ। ਪਤਾ ਨਹੀਂ ਲੱਖ 'ਚੋਂ ਇੱਕ ਬੰਦੇ ਦਾ ਵਿਸ਼ਵਾਸ ਹੋਏਗਾ ਗੁਰੂ ਮੈਨੂੰ ਵੇਖ ਰਿਹਾ ਜਾਂ ਰੱਬ ਮੈਨੂੰ ਵੇਖ ਰਿਹਾ ਹੈ। ਹਾਲਾਂਕਿ ਉਹ ਵੇਖ ਰਿਹਾ ਹੈ, ਸਾਨੂੰ ਗਿਆਨ ਹੈ ਬਾਣੀ ਪੜ੍ਹ ਕੇ ਵੀ ਉਹ ਵੇਖ ਰਿਹਾ ਹੈ, ਫਿਰ ਵੀ ਅਸੀਂ ਕੋਈ ਪਰਵਾਹ ਨਹੀਂ ਕਰਦੇ। ਅਸੀਂ ਜੋ ਕੁਛ ਵੀ ਕਰ ਰਹੇ ਸਾਨੂੰ ਕੋਈ ਵੇਖ ਰਿਹਾ। ਆਹ ਕੈਮਰੇ ਕਿਉਂ ਲਾਏ ਨੇ? ਸ਼੍ਰੋਮਣੀ ਕਮੇਟੀ ਵਾਲਿਆਂ ਨੇ ਜਿਸ ਕਮਰੇ ਦੇ ਵਿੱਚ ਉਹ ਗੋਲਕ ਗਿਣਦੇ ਨੇ, ਅਸੀਂ ਕੈਮਰੇ ਲਾਏ ਹੋਏ ਨੇ ਕਿ ਉਹਨੇ ਨੋਟਿਸ 'ਚ ਆਇਆ ਜੀ ਉਦੋਂ 500 ਦੇ ਨੋਟ, 2-2 ਦੇ ਨੋਟ ਗਿਣਨ ਵਾਲੇ ਨਾਲ ਜੇਬਾਂ 'ਚ ਪਾ ਲਈਦੇ ਨੇ। ਉਹਨਾਂ ਨੂੰ ਅਖੀਰ 'ਤੇ ਕੈਮਰੇ ਲਾਉਣੇ ਪਏ ਵੀ ਦੇਖੋ ਇਹ ਕਰਦੇ ਕੀ ਨੇ।
ਆਮ ਥਾਂ ਲਿਖਿਆ ਤੁਸੀਂ ਕੈਮਰੇ ਦੇ ਅਧੀਨ ਹੋ, ਭਾਵ ਤੁਹਾਨੂੰ ਕੈਮਰਾ ਵੇਖ ਰਿਹਾ ਵੀ ਸਾਡੀ ਦੁਕਾਨ 'ਚ ਮਾਲ ਨਾ ਚੱਕ ਕੇ ਲੈ ਜਾਓ, ਕੈਮਰਾ ਵੇਖ ਰਿਹਾ। ਮਨੁੱਖ ਕੈਮਰਿਆਂ ਤੋਂ ਡਰਦਾ ਹੈ, ਇਹ ਨਾ ਰੱਬ ਤੋਂ ਡਰਦਾ ਨਾ ਗੁਰੂ ਤੋਂ ਡਰਦਾ। ਮੈਂ ਕਈ ਵਾਰ ਬੈਠਾ ਸੋਚਦਾ ਵੀ ਜੇ ਅਸੀਂ ਗੁਰੂ ਤੋਂ ਜਾਂ ਰੱਬ ਤੋਂ ਡਰਨ ਲੱਗ ਜਾਈਏ, ਸ਼ਾਇਦ ਸਾਨੂੰ ਰੱਬ 24 ਘੰਟੇ 'ਚ ਹੀ ਪ੍ਰਾਪਤ ਹੋ ਜਾਏ। ਇੰਨੇ ਅਸੀਂ ਸੱਚੇ ਸੁੱਚੇ ਹੋ ਜਾਵਾਂਗੇ, ਅਸੀਂ ਇਤਨੇ ਸੱਚੇ ਸੁੱਚੇ ਹੋ ਜਾਵਾਂਗੇ, ਅੰਦਰ ਮੈਲ ਹੀ ਨਹੀਂ ਰਹਿ ਜਾਣੀ। ਜੇ ਕਿਤੇ ਵਿਸ਼ਵਾਸ ਆ ਜਾਏ ਕਿ ਮੈਨੂੰ ਰੱਬ ਵੇਖ ਰਿਹਾ ਹੈ, ਮੈਨੂੰ ਮੇਰਾ ਗੁਰੂ ਵੇਖ ਰਿਹਾ ਹੈ, ਪੜ੍ਹਨਾ ਸੁਣਨਾ ਸੁਣਾਉਣਾ ਹੋਰ ਗੱਲ ਹੈ, ਵਿਸ਼ਵਾਸ ਆਉਣਾ ਬਹੁਤ ਮੁਸ਼ਕਿਲ ਕੰਮ ਹੈ। ਉਹ ਵੱਡੇ ਭਾਗਾਂ ਵਾਲਾ ਜੀਵ ਹੈ ਜਿਸ ਨੂੰ ਇਸ ਗੱਲ 'ਤੇ ਵਿਸ਼ਵਾਸ ਆ ਜਾਏ ਕਿ ਮੈਨੂੰ ਮੇਰਾ ਗੁਰੂ ਜਾਂ ਰੱਬ ਵੇਖ ਰਿਹਾ ਹੈ। ਕਹਿੰਦੇ ਬਦਫੈਲੀ ਗਏ ਬਨ, ਇਹ ਮਨੁੱਖ ਲੁਕ ਛਿਪ ਕੇ ਬਦਫੈਲੀਆਂ ਕਰਦਾ, ਖਸਮ ਨਾ ਜਾਣੇ ਪਰ ਇਹ ਰੱਬ ਨੂੰ ਨਹੀਂ ਜਾਣਦਾ। ਸੋ ਕਹੀਏ ਦੇਵਾਨਾ, ਦੇਵਾਨਾ ਦਾ ਪਾਗਲ, ਸੋ ਕਹੀਏ ਦੇਵਾਨਾ ਆਪ ਨਾ ਪਛਾਣ। ਜਿਹੜਾ ਆਪਣੇ ਆਪ ਦੀ ਪਹਿਚਾਣ ਹੀ ਨਹੀਂ ਕਰਦਾ ਕਿ ਮੈਂ ਕੌਣ ਹਾਂ, ਮੈਂ ਕੀ ਕਰ ਰਿਹਾ, ਉਹਨੂੰ ਤਾਂ ਪਾਗਲ ਕਹੀਦਾ। ਤਾਂ ਪਾਗਲ ਇਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਵੀ ਇਹ ਕਰ ਕੀ ਰਿਹਾ ਹੈ। ਕਲਹ ਬੁਰੀ ਸੰਸਾਰ ਵਾਧੇ ਖਪੀਏ, ਕਲਹ ਕਲਾ ਕਲੇਸ਼ ਜਿਹਨੂੰ ਆਪਾਂ ਕਹਿੰਦੇ, ਆਪਾਂ ਜੀ ਕਲਾ ਕਲੇਸ਼ ਕਰੇ। ਮੈਂ ਡਿਕਸ਼ਨਰੀ ਫਰੋਲਦਾ ਰਿਹਾ ਵੀ ਲਿਖਿਆ ਕਲਹ ਵੀ, ਤੇ ਕਿਤੇ ਫਾਰਸੀ ਦਾ ਸ਼ਬਦ ਨਾ ਹੋਵੇ, ਕਲਾ ਨਾ ਹੋਵੇ ਤੇ ਕਿਤੇ, ਜਿਵੇਂ ਦਰਗਾਹ ਲਿਖਿਆ ਦਰਗਾਹ, ਪਰ ਫਾਰਸੀ ਜਿਹਦਾ ਉਚਾਰਨ ਹੈ ਦਰਗਾਹ। ਮੈਂ ਕਿਹਾ ਵੀ ਉਂਝਾ ਪਕੜਾਈ ਕਿ ਯਾਰ ਘਰ 'ਚ ਬੜੀ ਕਲਾ ਕਲੇਸ਼ ਹੈ, ਕਰੇ ਕਿ ਨਹੀਂ ਜੀ, ਪਰ ਇੱਥੇ ਕਲਾ ਲਿਖਿਆ ਹੋਇਆ ਹੈ ਵੀ ਕਿਤੇ ਕਲਾ ਹੀ ਨਾ ਹੋਵੇ। ਡਿਕਸ਼ਨਰੀ ਫਰੋਲ ਲਿਖਿਆ, ਫਾਰਸੀ ਦੇ ਤਾਂ ਸ਼ਬਦ ਹੀ ਨਹੀਂ ਸੀ, ਫਿਰ ਹਿੰਦੀ ਦਾ ਸ਼ਬਦ ਸੀ, ਹਿੰਦੀ 'ਚ ਫਿਰ ਇਹੀ ਸਪੈਲਿੰਗ ਸਨ, ਕਲਾ ਲੜਾਈ ਝਗੜਾ ਕਲਾ ਕਲੇਸ਼ ਕਰ ਜਾਵੇ। ਕਲਾ ਬੁਰੀ ਸੰਸਾਰ, ਸੰਸਾਰ 'ਚ ਲੜਾਈ ਝਗੜਾ ਬੁਰਾ ਹੈ, ਵਾਧੇ ਖਪੀਏ। ਇਹ ਵਾਦ ਵਿਵਾਦ ਭਾਵ ਝਗੜੇ ਦੇ ਵਿੱਚ ਬੰਦਾ ਖਪੀਏ ਖੁਆਰ ਹੁੰਦਾ ਰਹਿੰਦਾ ਹੈ। ਜਿਹੜੇ ਝਗੜਿਆਂ 'ਚ ਪੈਦੇ ਨੇ ਖੁਆਰ ਹੁੰਦੇ ਰਹਿੰਦੇ। ਵੀਰ ਨਾਮੇ ਵੇਕੌਰ, ਨਾਮ ਤੋਂ ਬਿਨਾਂ ਤਾਂ ਮਨੁੱਖ ਵੇਕਾਰ ਬੁਰਾਈਆਂ 'ਚ ਫਸ ਜਾਂਦਾ ਹੈ। ਭਰਮੇ ਪਚੀ ਹੈ ਅਤੇ ਉਹਦੇ ਅੰਦਰ ਭਰਮ ਪੈਦਾ ਹੋ ਜਾਂਦਾ ਹੈ। ਕਈ ਵਾਰੀ ਜਿਹੜਾ ਭਰਮ ਹੈ ਨਾ, ਇਹ ਸਾਨੂੰ ਕਿਸੇ ਸਿਰੇ ਨਹੀਂ ਲੱਗਣ ਦਿੰਦਾ। ਮੰਨ ਲਓ ਮੈਨੂੰ ਕਿਸੇ ਨੇ ਕਹਿਤਾ ਵੀ ਆਹ ਜਿਹੜੀ ਸੜਕ ਹੈ ਨਾ ਜੀ, ਇਹ ਜਾਏਗੀ ਨਾਭੇ ਨੂੰ। ਮੈਂ ਦੂਖਨਿਵਾਰਨ ਤੋਂ ਤੁਰ ਪਿਆ, ਤੁਰਿਆ ਗਿਆ ਅੱਗੇ ਥਾਪਰ ਕਾਲਜ ਦੇ ਕੋਲ ਜਾ ਕੇ ਇੱਕ ਖੱਬੇ ਨੂੰ ਹੋ ਗਈ, ਇੱਕ ਸੱਜੇ ਨੂੰ ਹੋ ਗਈ। ਮੇਰੇ ਮਨ 'ਚ ਭਰਮ ਪੈਦਾ ਹੋ ਜਾਏਗਾ ਵੀ ਨਾਭਾ ਖੱਬੇ ਪਾਸੇ ਹੈ ਕਿ ਸੱਜੇ ਪਾਸੇ ਹੈ। ਬਾਈ ਚਾਂਸ ਸਾਈਨ ਬੋਰਡ ਵੀ ਕੋਈ ਨਹੀਂ ਅਤੇ ਮੈਨੂੰ ਦੱਸਣ ਵਾਲਾ ਵੀ ਕੋਈ ਨਹੀਂ, ਤਾਂ ਮੇਰੀ ਯਾਤਰਾ ਸਫਲ ਹੀ ਨਹੀਂ ਹੋ ਸਕਦੀ। ਮੈਂ ਕਦੇ ਖੱਬੇ ਪਾਸੇ ਨੂੰ ਜਾਵਾਂਗਾ, ਫਿਰ ਮੈਨੂੰ ਸ਼ੰਕਾ ਹੋ ਜਾਏਗਾ ਕਿਤੇ ਨਾਭਾ ਉੱਧਰ ਨੂੰ ਨਾ ਹੋਵੇ। ਐਂ ਹੀ ਅਸੀਂ ਵੀ ਭਰਮ 'ਚ ਜਦੋਂ ਸਤਸੰਗ ਕੀਤੀ, ਹਾਂਜੀ ਨਾਮ ਜਪਣਾ ਚਾਹੀਦਾ, ਚਲੋ ਜੀ ਇਸ ਪਾਸੇ ਨੂੰ ਤੁਰ ਪਏ। ਫਿਰ ਕਦੇ ਕਿਸੇ ਦਿਨ ਸਾਨੂੰ ਕੁਸੰਗੀ ਟੱਕਰ ਗਿਆ, ਉਹ ਕੀ ਰਾਮ ਰਾਮ ਜਿਹਾ ਕਰੀਏ, ਆਪਣੇ ਖਾ ਪੀ ਮੌਜ ਕਰ ਲੱਗੇ ਰਾਮ ਰਾਮ ਕਰਨ, ਅਸੀਂ ਉਹ ਦੂਜੇ ਪਾਸੇ ਨੂੰ ਤੁਰ ਪਏ। ਫਿਰ ਕਦੇ ਸਤਸੰਗ ਹੀ ਟੱਕਰ ਗਿਆ ਕਿ ਕਿਤੇ ਪੁੱਠੇ ਪਾਸੇ ਲੱਗਿਆ ਹੋਏ, ਨਾਮ ਸੇ ਉੱਧਰ ਨੂੰ ਗਏ। ਐਂ ਕਈ ਵਾਰੀ ਸਾਰੀ ਉਮਰ ਹੀ ਲੰਘ ਜਾਂਦੀ। ਕਈ ਵਾਰੀ ਮਨੁੱਖ ਫੈਸਲੇ ਹੀ ਨਹੀਂ ਕਰ ਸਕਦਾ ਕਿ ਮੈਂ ਕਿਸ ਪਾਸੇ ਨੂੰ ਤੁਰਾਂ। ਜੇ ਇੱਕ ਵਾਰੀ ਪੱਕਾ ਫੈਸਲਾ ਕਰ ਲਏ ਤਾਂ ਫਿਰ ਲੱਗਾ ਹੀ ਰਹੇ, ਅਖੀਰ ਨੂੰ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਇਸ ਲਈ ਭਰਮ ਹੈ ਅੰਦਰ, ਭਰਮ ਹੋਣ ਕਰਕੇ ਵਿਕਾਰਾਂ 'ਚ ਬੰਦਾ ਫਸ ਜਾਂਦਾ ਹੈ, ਪਚੀ ਜਾਂਦਾ, ਖੁਆਰ ਹੁੰਦਾ ਰਹਿੰਦਾ ਹੈ। ਰਾਹ ਦੋਵੇਂ, ਦੋ ਹੀ ਰਾਹ ਨੇ, ਇੱਕ ਮਾਇਆ ਦਾ, ਇੱਕ ਨਾਮ ਦਾ, ਇੱਕ ਜੜ ਹੈ। ਜਦੋਂ ਇਹਨਾਂ ਦੋਨਾਂ ਰਾਹਾਂ ਨੂੰ ਇੱਕ ਸਮਝ ਲੈ ਕੋਈ, ਕਿਉਂਕਿ ਮਾਇਆ ਵੀ ਪਰਮਾਤਮਾ ਨੇ ਬਣਾਈ ਹੈ ਅਤੇ ਨਾਮ ਵੀ ਪਰਮਾਤਮਾ ਨੇ ਬਣਾਇਆ ਹੈ।
ਦੋਨੋਂ ਪਰਮਾਤਮਾ ਦੇ ਹੀ ਬਣਾਏ ਹੋਏ ਨੇ। ਪਰਮਾਤਮਾ ਨੇ ਪਹਿਲਾਂ ਮਾਇਆ ਬਣਾਈ, ਫਿਰ ਇਹ ਸੰਸਾਰ ਬਣਾਇਆ। ਪਹਿਲਾਂ ਮਾਇਆ ਬਣਾਈ, ਹੁਣ ਉਹਦੀ ਡਿਊਟੀ ਲਈ ਤੂੰ ਸੰਸਾਰ ਬਣਾ। ਅਤੇ ਹਿੰਦੂ ਧਰਮ ਅਨੁਸਾਰ ਪਰਮਾਤਮਾ ਨੇ ਪਹਿਲਾਂ ਮਾਇਆ ਬਣਾਈ ਅਤੇ ਮਾਇਆ ਨੇ ਫਿਰ ਆਪਣੇ 3 ਚੇਲੇ ਬਣਾਏ, ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਜੀ। ਇਹ ਸਿੱਖ ਫਿਲਾਸਫੀ ਨਹੀਂ ਕਿ ਸੰਸਾਰ ਬ੍ਰਹਮਾ ਨੇ ਬਣਾਇਆ ਜਾਂ ਵਿਸ਼ਨੂੰ ਜਾਂ ਸ਼ਿਵ ਜੀ ਪੂਜ ਰਹੇ। ਨੋ, ਸਿੱਖ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਹਰ ਇੱਕ ਚੀਜ਼ ਪਰਮਾਤਮਾ ਦੀ ਬਣਾਈ ਹੋਈ ਹੈ। समुंदर की, धरती की, हवा की, पानी की, आग की, आकाश की, पताल की, सब परमात्मा का बनाया हुआ है। सो इसलिए असल करता तो परमात्मा है। सो जिहड़ा ये दोनों राहां चों समझ ले कि असल जिहड़ा राह है वो परमात्मा वाला है, सोई सिज सी, वही कामयाब होएगा, वही कामयाब होएगा। ਦੂਜੇ ਕੀ ਅਰਥ ਕਹਿੰਦੇ ਵੀ 2 ਰਾਹ ਨੇ, ਇੱਕ ਹਿੰਦੂਆਂ ਵਾਲਾ, ਇੱਕ ਮੁਸਲਮਾਨਾਂ ਵਾਲਾ। ਜੇ ਕੋਈ ਸਮਝ ਲਏ ਵੀ ਹਿੰਦੂਆਂ ਵਾਲਾ ਰਾਹ ਵੀ ਪਾਕਿਸਤਾਨ ਨੂੰ ਨਾ ਪਰਮਾਤਮਾ ਵੱਲ ਜਾਂਦਾ, ਅਤੇ ਮੁਸਲਮਾਨਾਂ ਦਾ ਰਾਹ ਵੀ ਅੱਲਾ ਵੱਲ ਨੂੰ ਹੀ ਜਾਂਦਾ ਹੈ। ਉਦੇਸ਼ ਤਾਂ ਦੋਨਾਂ ਦਾ ਪਰਮਾਤਮਾ ਵੱਲ ਹੀ ਹੈ। ਇਹ ਤਾਂ ਬਾਅਦ 'ਚ ਆ ਕੇ ਫਿਰ ਵਹਿਮਾਂ ਭਰਮਾਂ 'ਚ ਪੈ ਗਏ ਲੋਕ, ਆਹ ਕਰ ਉਹ ਕਰ। ਜੇ ਉਹਨਾਂ ਦੇ ਪੁਰਾਤਨ ਗ੍ਰੰਥ ਪੜ੍ਹੋ, ਉਹ ਹੋਰ ਕੁਛ ਕਹਿੰਦੇ ਨੇ। ਅੱਜ ਦਾ ਜਿਹੜਾ ਹਿੰਦੂ ਹੈ ਕੁਛ ਹੋਰ ਕਰ ਰਿਹਾ ਹੈ, ਜਿਵੇਂ ਬਾਣੀ ਕੁਛ ਹੋਰ ਕਹਿੰਦੀ ਹੈ, ਸਿੱਖ ਕੁਛ ਹੋਰ ਕਰ ਰਿਹਾ ਹੈ। ਸੋ ਰਾਹ ਤਾਂ ਇੱਕੋ ਹੀ ਹੈ, ਦੋਨਾਂ ਨੇ ਇੱਕੋ ਥਾਂ 'ਤੇ ਹੀ ਲੈ ਕੇ ਜਾਣਾ ਹੈ। ਅਤੇ ਜਿਹੜਾ ਇੱਕ ਨੂੰ ਚੁਣ ਲੈਂਦਾ ਹੈ ਸੋਈ ਸਿੱਝ ਸੀ, ਉਹ ਕਾਮਯਾਬ ਹੋ ਜਾਂਦਾ ਹੈ। ਕੁਫਰ ਗੋ ਕੁਫਰਾਣੇ ਪਿਆ ਦੱਜ ਸੀ। ਕੁਫਰ ਝੂਠ ਨੂੰ ਕਹਿੰਦੇ ਨੇ, ਫਾਰਸੀ ਦਾ ਸ਼ਬਦ। ਗੋ ਹੁੰਦਾ ਬੋਲਣ ਵਾਲਾ, ਕੁਫਰ ਗੋ ਝੂਠ ਬੋਲਣ ਵਾਲਾ, ਕੁਫਰਾਣੇ ਝੂਠ ਬੋਲਦਾ ਰਹਿੰਦਾ। ਝੂਠ ਬੋਲਣ ਵਾਲਾ ਝੂਠੀਆਂ ਗੱਲਾਂ ਕਰਦਾ ਰਹਿੰਦਾ, ਪਿਆ ਦੱਜ ਸੀ ਅਤੇ ਸੜਦਾ ਬਲਦਾ ਰਹਿੰਦਾ। ਦੱਜੀ ਸੀ ਨੇ ਸੜੇਗਾ ਬਲੇਗਾ। ਸਭ ਦੁਨੀਆ ਸੁਭਾਨ ਸੱਚ ਸਮਾਈ ਹੈ। ਸਾਰੀ ਦੁਨੀਆ ਹੀ ਸੁੰਦਰ ਹੈ। ਸਭ ਦੁਨੀਆ ਸੁਭਾਨ, ਸੁੰਦਰ ਨੂੰ ਕਹਿੰਦੇ, ਸੱਚ ਸਮਾਈ ਹੈ। ਸੱਚ ਦੇ ਵਿੱਚ ਅਸੀਂ ਲੀਨ ਹੋਣਾ ਹੈ। ਦੁਨੀਆ ਸਾਰੀ ਸੋਹਣੀ ਹੈ, ਪਰ ਉਦੇਸ਼ ਸੱਚ ਦੇ ਵਿੱਚ ਲੀਨ ਹੋਣਾ ਹੈ। ਸਿੱਝੇ ਦਰ ਦੀਵਾਨ ਆਪ ਗਵਾਈਏ। ਹੁਣ ਪਰਮਾਤਮਾ ਦੇ ਦਰ 'ਤੇ ਜਾ ਕੇ, ਦੀਵਾਨ ਦਰਬਾਰ 'ਚ ਜਾ ਕੇ ਸਿੱਝੇ ਦਾ ਕਾਮਯਾਬ ਹੋਣਾ। ਕੌਣ ਕਾਮਯਾਬ ਹੋਏਗਾ? ਆਪ ਗਵਾਈਏ, ਜਿਹੜਾ ਆਪਣੇ ਅੰਦਰ ਹਉਮੈ ਖਤਮ ਕਰ ਲਏਗਾ। ਜਿਹੜਾ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਣਾ, ਕਹਿੰਦਾ ਉਹੀ ਪਰਮਾਤਮਾ ਦੇ ਦਰ ਦੇ ਵਿੱਚ ਜਾ ਕੇ ਕਾਮਯਾਬ ਹੁੰਦਾ, ਸਫਲਾ ਉਹਦਾ ਜੀਵਨ ਹੁੰਦਾ ਹੈ। ਉਹੀ ਪਰਮਾਤਮਾ ਦਰ 'ਤੇ ਪ੍ਰਵਾਨ ਹੁੰਦਾ ਹੈ। ਸੋ ਆਡਰ ਉਦਾਹਰਨਾਂ ਦੇ ਕੇ ਸਮਝਾਇਆ ਕਿ ਅਸੀਂ ਇਹ ਮੋਹ ਮਾਇਆ 'ਚ ਨਹੀਂ ਫਸਣਾ ਹੈ। ਕਿੰਨੀਆਂ ਵੀ ਰੱਬ ਸਹੂਲਤਾਂ ਦੇ ਦੇ, ਦੇਖੋ ਕਿੰਨਾ ਕਹਿੰਦੇ ਪਹਾੜ, ਸੋਨੇ ਦੇ ਪਹਾੜ ਹੋਣ, ਚਾਂਦੀ ਦੇ ਪਹਾੜ ਹੋਣ, ਹੀਰੇ ਨਾਲ ਜੜੇ ਹੋਏ, ਬੜੇ ਮੇਰੇ ਕੋਲ ਸੁੰਦਰ ਘਰ ਹੋਣ, ਬੜੇ ਸੇਵਾਦਾਰ, ਸੂਰਜ ਚੰਨ ਵਰਗੇ ਸੇਵਾਦਾਰ ਹੋਣ, ਪਰ ਨਹੀਂ, ਕਹਿੰਦੇ ਮੈਂ ਨਾ ਜਿਹੜਾ ਹੈ ਪਰਮਾਤਮਾ ਦਾ ਨਾਮ ਹੀ ਜਪਾਂਗੇ। ਸੋ ਜਿਹੜੀਆਂ ਸਾਡੇ ਕੋਲ ਇਸ ਵੇਲੇ ਸਹੂਲਤਾਂ ਹਨ, ਅਤੇ ਉਹ ਘਰ-ਬਾਰ ਸਾਡੇ ਕੋਲ ਹੈਗਾ, ਜਿੰਨੇ ਤੁਸੀਂ ਬੈਠੇ ਹੋ, ਕੋਈ ਬੇਕਰਾਰ ਨਹੀਂ ਹੈ। ਆਵਾਜਾਈ ਦੇ ਸਾਧਨ ਵੀ ਹੈਗੇ, ਖਾਣ ਪੀਣ ਵੀ ਹੈ, ਬਾਲ ਬੱਚੇ ਵੀ ਨੇ, ਰੁਜ਼ਗਾਰ ਵੀ ਹੈਗਾ। ਇਹ ਸਭ ਕੁਛ ਹੋਣ ਦੇ ਬਾਵਜੂਦ ਵੀ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ। ਕਈ ਵਾਰੀ ਆਪਣੇ ਕੋਲ ਬਹੁਤ ਚੀਜ਼ ਹੋਏ ਨਾ, ਆਪਾਂ ਉਹਦਾ ਹੰਕਾਰ ਕਰਨ ਲੱਗ ਜਾਂਦੇ। ਕਿਸੇ ਕੋਲ ਮਾਇਆ ਬਹੁਤ ਹੈ, ਮਾਇਆ ਦਾ ਹੰਕਾਰ ਕਰਦਾ। ਕਿਸੇ ਕੋਲ ਬੜੀ ਵੱਡੀ ਕੋਠੀ, ਉਹਨੂੰ ਇਸ ਚੀਜ਼ ਦਾ ਹੰਕਾਰ ਹੈ। ਉਹ ਜਿਹੜਾ ਉਹ ਲੰਘਦਾ ਕਿਸੇ ਛੋਟੇ ਜਿਹੇ ਕਮਰੇ ਵਾਲੇ ਕੋਲ, ਬੱਚਾ ਜੇ ਕਦੇ ਕਿਆ ਹੈ, ਇੱਕ ਕਮਰੇ 'ਚ ਹੀ ਰਹੀ ਜਾਂਦੇ ਨੇ। ਇਹਦਾ ਹਉਮੈ ਹੈ ਵੀ ਮੇਰੀ ਐਡੀ ਵੱਡੀ ਕੋਠੀ ਇੱਕ ਕਮਰੇ 'ਚ ਹੀ ਰਹੀ ਜਾਂਦੀ।
ਨਹੀਂ, ਇਸ ਰਾਹੀਂ ਸਾਰਾ ਸਮਝਾਇਆ ਕਿ ਭਾਵੇਂ ਕਿੰਨਾ ਵੀ ਪਰਮਾਤਮਾ ਤੁਹਾਡੇ ਕੋਲ ਦਿੱਤਾ ਹੋਇਆ ਕਿਉਂ ਨਾ ਹੋਵੇ, ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ, ਉਹਦੇ ਧੰਨਵਾਦੀ ਰਹਿਣਾ ਹੈ। ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।